ਦੇਸ਼ 'ਚ ਕੁਛ ਇਦਾਂ ਦਾ ਫਲੱਡਸ ਆ ਗਏ, ਸਭ ਤੋਂ ਪਹਿਲਾਂ ਕਿਹਦੀ ਵੱਲ ਦੇਖਦੇ ਨੇ? ਸਿੱਖ ਕੌਮ ਵੱਲ। ਇਹਨਾਂ ਨੇ ਸਾਡੇ ਨਾਲ ਹਮੇਸ਼ਾ ਧੱਕਾ ਕੀਤਾ। ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ, ਸਾਨੂੰ ਕਿਹਾ ਟੈਰਰਿਸਟ, ਅੱਤਵਾਦੀ। ਹੋਣ ਦਾ ਤਰੀਕਾ ਸਭ ਤੋਂ ਵਧੀਆ ਜੋ ਸੰਵਿਧਾਨ ਦੇ ਅੰਦਰ ਲਿਖਿਆ, ਪੀਸਫੁਲ ਪ੍ਰੋਟੈਸਟ। ਕਿਉਂਕਿ ਜਦ ਸਰਕਾਰਾਂ ਆਵਾਰਾ ਹੋ ਜਾਂਦੀਆਂ ਨਾ ਤਾਂ ਸੜਕਾਂ ਸੁਨਸਾਨ ਨਹੀਂ ਰਹਿਣੀਆਂ ਚਾਹੀਦੀਆਂ। ਯੂਥ ਨੂੰ ਸਾਰਾ ਕੁਝ ਬਰਬਾਦ ਕਰਤਾ, ਸਭ ਕੁਝ ਖੋ ਕੇ ਨਾ ਉਹ ਜਿਹੜੇ ਦੋ ਲੋਕ ਕੇ ਉੱਪਰ ਬੈਠੇ ਨਾ ਉਹਨਾਂ ਦੇ ਹੱਥਾਂ ਵਿੱਚ ਦੇ ਦੇਣਾ, ਸਾਡੇ ਤੋਂ ਸਭ ਕੁਝ ਖਤਮ ਹੋ ਜਾਊਗਾ। ਮੈਂ ਘਰ ਬਹਿ ਕੇ ਨਾ ਸੜ ਕੇ ਨਹੀਂ ਮਰਨਾ, ਮੈਨੂੰ ਜੇ ਮਰਨਾ ਹੀ ਹੈ ਤੁਸੀਂ ਵੀ ਮੈਂ ਵੀ, ਅੱਜ ਉਹ ਟਾਈਮ ਆਊਗਾ, ਲੇਕਿਨ ਬਾਹਰ ਨਿਕਲ ਕੇ ਲੜ ਕੇ। ਅੱਜ ਦਿਨ ਤੱਕ ਪੰਜਾਬ 'ਚ ਪੰਜਾਬ ਦੀ ਗੱਲ ਕਰਨ ਵਾਲੀ, ਸਿੱਖਾਂ ਦੀ ਗੱਲ ਕਰਨ ਵਾਲੀ, ਸਿੱਖਾਂ ਦੀ ਹਮਾਇਤੀ, ਇਨਸਾਫ ਬਰਾਬਰੀ ਦੀ ਗੱਲ ਕਰਨ ਵਾਲੀ ਸਰਕਾਰ ਆਈ ਨਹੀਂ। ਮੇਰੇ ਪਾਪਾ ਮੈਨੂੰ ਕਹਿੰਦੇ ਹੈਗੇ ਕਿ ਬੇਟੇ ਬਹੁਤ ਵਧੀਆ ਕਰ ਰਹੀ ਹੈ, ਬਸ ਇੱਕ ਹੀ ਚੀਜ਼ ਯਾਦ ਰੱਖੀ, ਡਰਨਾ ਨਹੀਂ ਹੈਗਾ। ਆਪਾਂ ਕਿਸੇ ਡਰੇ ਨਹੀਂ। ਮੇਰੇ ਨਾਲ ਜਦ ਬੀਜੇਪੀ ਦੀ ਇੱਕ ਹੈਗੀ ਉੱਥੇ ਪ੍ਰਿੰਸੀਪਲ ਜਿਸ ਕਾਲਜ 'ਚ ਮੈਂ ਪੜ੍ਹਾਉਂਦੀ ਸੀ, ਉਹਨੇ ਸ਼ੈਤਾਨੀ ਕੀਤੀ, ਉਹਨੂੰ ਵੀ ਟੰਗਿਆ ਹੋਇਆ। ਉਹ ਤੇ ਮੈਂ ਕੇਸ ਪਾਇਆ, ਚਾਰਜਸ਼ੀਟ ਜਮਾ, ਕਿਉਂਕਿ ਮੇਰੇ ਅੰਦਰ ਉਹ ਜਜ਼ਬਾ ਸਿਰਫ ਔਰ ਸਿਰਫ ਮੇਰੇ ਫਾਦਰ ਸਾਹਿਬ ਕਰਕੇ ਸੀਗੇ। ਮੇਰੇ ਭਰਾ ਨਹੀਂ ਹੈਗਾ ਕੋਈ, ਹੈ ਨਾ, ਤੇ ਉਹ ਸਿੰਘ ਵੀ ਮੈਨੂੰ ਬੜੀ ਵਾਰੀ ਪੁੱਛਦੇ ਆ ਕਿਉਂ। ਸੋਚੋ ਮੇਰੇ ਪਾਪਾ ਦੀ ਕੀ ਸੋਚ ਹੋਣੀ, ਹੈ ਨਾ। ਸਾਰਿਆਂ ਤੋਂ ਸੈੱਟ ਅਸਾਈਡ ਕਰਕੇ ਇਦਾਂ ਨਹੀਂ, ਵਿਰੋਧ ਕਰਨ ਵਾਲੇ ਕੋਈ ਬਾਹਰ ਦੇ ਸੀਗੇ, ਵਿਰੋਧ ਕਰਨ ਵਾਲੇ ਵੀ ਕੁੜੀ ਹੋਏ ਧੀ ਹੋ ਗਈ, ਉਹ ਪਰਿਵਾਰ ਦੇ ਹੀ ਸੀਗੇ, ਠੀਕ ਹੈ। ਤੇ ਮੇਰੇ ਬਾਪੂ ਨੇ ਕਿਹਾ ਅੱਜ ਬੋਲਤਾ ਨਾ ਦੁਬਾਰਾ ਨਹੀਂ ਬੋਲਣਾ, ਮੈਂ ਮੂੰਹ ਤੋੜ ਦੂੰਗਾ। ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਨਾ, ਪੰਜਾਬ ਦੀ ਰਾਜਨੀਤੀ ਬਦਲਣੀ ਆ। ਪੰਜਾਬ ਦੇ ਵਿੱਚ ਨਾਲ ਜੋ ਧੱਕਾ ਹੋ ਰਿਹਾ, ਪਾਣੀ ਦਾ ਮਸਲਾ, ਬੇਅਦਬੀਆਂ ਦਾ ਮਸਲਾ, ਸਰੂਪ ਚੋਰੀ ਹੋਣ ਦਾ ਮਸਲਾ, ਡਰੱਗਸ ਨਾਲ ਜੋ ਫਿਊਚਰ ਖਰਾਬ ਕੀਤਾ ਜਾ ਰਿਹਾ ਯੂਥ ਦਾ, ਅੱਜ ਜਿਸ ਦਿਨ ਜਥੇਦਾਰ ਸਾਡਾ ਬਾਹਰ ਆ ਗਿਆ ਨਾ, ਹੋ ਜੂ। ਆ ਜਿਹੜੀ FIR ਹੋਈ ਆ ਨਾ, ਮਾਰਕ ਮਾਈ ਵਰਡਸ, ਆ ਸਰਕਾਰ ਨੂੰ ਵਾਪਸ ਲੈਣੀ ਪੈਣੀ। ਸੰਵਿਧਾਨ ਇਹ ਕਹਿੰਦਾ ਹੈ ਬੰਦੀ ਸਿੰਘ ਰਿਹਾ ਕਰੋ। ਸੋ ਪ੍ਰੋਟੈਸਟ ਜਿਹੜਾ ਹੈ ਨਾ, ਇਟਸ ਅ ਰਿਮਾਈਂਡਰ ਟੂ ਦੀ ਗਵਰਨਮੈਂਟ ਕਿ ਤੁਸੀਂ ਕਾਨੂੰਨ ਤੋੜ ਰਹੇ ਹੋ, ਅਸੀਂ ਨਹੀਂ। ਕਾਨੂੰਨ ਤੁਸੀਂ ਨਹੀਂ ਮੰਨ ਰਹੇ, ਅਸੀਂ ਸੰਵਿਧਾਨਿਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ। ਦਿਸ ਇਜ਼ ਆਰ ਰਾਈਟ। ਤੁਹਾਡੀ ਹਿੰਮਤ ਨਹੀਂ ਬੰਦੀ ਸਾਨੂੰ ਆ ਕੇ ਇੱਥੋਂ ਹੱਥ ਵੀ ਲਾਉਣ ਦੀ, ਉਠਾਉਣ ਦੀ ਵੀ। 27 ਸਾਲ 32 ਸਾਲ 35 ਸਾਲ 28 ਸਾਲ ਬੰਦੇ ਸਿੰਘਾਂ ਨੂੰ ਅੰਦਰ ਰੱਖ ਕੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਕਾਨੂੰਨ ਕੌਣ ਤੋੜ ਰਿਹਾ, ਤੁਸੀਂ ਨਾ ਕਿ ਅਸੀਂ। ਮੰਨ ਜਾਓ, ਬੰਦੇ ਦੇ ਪੁੱਤ ਬਣ ਜਾਓ। ਅਸੀਂ ਆਪਣਾ ਹੱਕ ਤੁਹਾਡੇ ਕੋਲੋਂ ਹੁਣ ਖੋ ਕੇ ਲੈਣਾ। ਇਹ ਉਹਨਾਂ ਦਾ ਇਤਿਹਾਸ ਦੇਖ ਲਓ, ਸਾਨੂੰ ਅੰਦੋਲਨ ਜੀਵੀ ਦੱਸਦੇ ਨੇ। ਇਹ ਅਸੀਂ ਚਲੋ ਅੰਦੋਲਨ ਕਰਕੇ ਹੱਕ ਤੇ ਲੈਂਦੇ ਆ ਨਾ, ਤੁਹਾਡਾ ਕੀ ਜਿਹੜੇ ਅੰਦੋਲਨ ਦੇ ਨਾਮ ਤੇ ਗੋਡੇ ਟੇਕ ਕੇ ਸਾਵਰਕਰ ਵਰਗੇ ਮਾਫੀ ਮੰਗ ਕੇ ਘਰ ਬੈਠਦੇ ਨੇ, ਅਸੀਂ ਉਹ ਨਹੀਂ ਹੈਗੇ। ਦੀ ਕੁੜੀ ਨੂੰ ਡਰ ਨਹੀਂ ਲੱਗਦਾ ਇੱਥੇ ਨਿਹੰਗਾਂ 'ਚ ਤਲਵਾਰਾਂ ਕਿਰਪਾਨਾਂ? ਆ ਤੇ ਸਾਡੇ ਸੂਰਮੇ ਨੇ, ਸਾਡੀ ਸਿੱਖ ਆਰਮੀ ਆ, ਗੁਰੂ ਸਾਹਿਬ ਦੀ ਲਾਡਲੀ ਫੌਜਾਂ ਨੇ। ਕਦੀ ਲਾਡਲੀ ਫੌਜਾਂ ਤੋਂ ਵੀ ਕਿਸੇ ਨੂੰ ਡਰ ਲੱਗਦਾ? ਕਾਰਨ ਕੀ ਹੈ? ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਨਿਹੰਗ ਸਿੰਘ ਟਾਰਗੇਟ ਰਹਿੰਦੇ ਸੀ ਕਿ ਮਾਹੌਲ ਖਰਾਬ ਕਰਨਗੇ। ਇਹ ਟਾਰਗੇਟ ਨਹੀਂ ਹੈ, ਇਹ ਡਰ ਆ, ਔਰ ਇਹ ਡਰ ਜ਼ਰੂਰੀ ਹੈ। ਕਿਉਂਕਿ ਉਹ ਕੌਮ ਨਾ, ਉਹ ਜਿਹੜੇ ਸੂਰਮੇ ਨੇ, ਸਾਡੇ ਨਿਹੰਗ ਬਾਬੇ, ਨਿਹੰਗ ਫੌਜਾਂ, ਯੂਥ ਡਰਦੇ ਨਹੀਂ ਹੈਗੇ। ਸਰਕਾਰਾਂ ਕੋਲ ਕੀ ਨਹੀਂ ਹੈਗਾ, ਸਾਰੀਆਂ ਤੇ ਰਿਸੋਰਸਿਸ ਚੀਜ਼ਾਂ ਉਹਨਾਂ ਕੋਲ ਹੈਗੀਆਂ, ਗੋਲੇ ਬਾਰੂਦ, ਬੰਦੂਕਾਂ, ਸਭ ਚੀਜ਼ਾਂ ਹੈਗੀਆਂ ਨੇ, ਹੈਨਾ। ਉਹਨਾਂ ਨੂੰ ਪਤਾ ਕਿ ਨਿਹੰਗ ਫੌਜਾਂ ਤੇ ਮਹਾਰਾਜ ਦਾ ਆਪਣਾ ਪਹਿਰਾ, ਇਹਨਾਂ ਨੂੰ ਭਜਾਓ ਇੱਥੋਂ, ਇਹਨਾਂ ਨੂੰ ਚੱਕੋ, ਇਹਨਾਂ ਦਾ ਮੋਰਚਾ, ਤਾਂ ਕਿ ਅਸੀਂ ਘੁਸਪੈਠ ਕਰੀਏ, ਬਾਕੀ ਸਿਟੀਜ਼ਨ ਨੂੰ ਡਰਾ ਕੇ ਪਰਚੇ ਪਵਾ ਕੇ ਇਹਨਾਂ ਨੂੰ ਠਾ ਦਈਏ। ਦਿਸ ਇਜ਼ ਅ ਸਟ੍ਰੈਟਜੀ, ਔਰ ਇਹ ਸਟ੍ਰੈਟਜੀ ਬਾਰ-ਬਾਰ ਨਹੀਂ ਚੱਲਦੀ ਜੀ। ਕੌਮੀ ਇਨਸਾਫ ਮੋਰਚਾ ਲੱਗਾ ਹੋਇਆ, ਪਰ ਜਿਨ੍ਹਾਂ ਦੇ ਅੰਦਰ ਰੋਹ ਜਾਂ ਰੋਸ ਹੈ ਉਹ ਇੱਥੇ ਸ਼ਾਮਿਲ ਨੇ। ਹਾਲਾਂਕਿ ਬੀਬੀਆਂ ਦੀ ਸ਼ਮੂਲੀਅਤ ਬਹੁਤ ਘੱਟ ਹੈ, ਪਰ ਅੰਦੋਲਨ ਅਤੇ ਮੋਰਚਿਆਂ ਦੇ ਵਿੱਚ ਜਾਂ ਧਰਨਿਆਂ ਤੇ ਬੈਠਣ ਵਾਲੇ, ਹੱਕ ਮੰਗਣ ਵਾਲਿਆਂ ਨੂੰ ਇੱਕ ਟਰਮ ਦੇ ਨਾਲ ਡਿਫਾਈਨ ਕੀਤਾ ਗਿਆ ਸੀ, ਅੰਦੋਲਨ ਜੀਵੀ। ਅੱਜ ਮੇਰੇ ਨਾਲ ਇੱਕ ਇਸੇ ਤਰ੍ਹਾਂ ਦੀ ਪੰਜਾਬ ਦੀ ਧੀ ਮੌਜੂਦ ਹੈ, ਜੋ ਦਿੱਲੀ ਮੋਰਚੇ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਦੇਖਿਆ, ਸ਼ਹੀਨ ਬਾਗ ਦਾ ਜੋ ਮੋਰਚਾ ਲੱਗਾ ਸੀ ਉਸ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਸੀ। ਤੇ ਅੱਜ ਕੌਮੀ ਇਨਸਾਫ ਮੋਰਚਾ ਜੋ ਸਿੰਘਾਂ ਦੀ ਰਿਹਾਈ ਦੇ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਲਈ ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਲੱਗਿਆ ਹੋਇਆ, ਉਸ ਦੇ ਵਿੱਚ ਲਗਾਤਾਰ ਉਹ ਸ਼ਾਮਿਲ ਹੋ ਰਹੇ ਨੇ, ਆਪਣੀ ਹਾਜ਼ਰੀ ਭਰ ਰਹੇ ਨੇ। ਸੋ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਉੱਗੇ ਸੋਸ਼ਲ ਐਕਟਿਵਿਸਟ ਔਰ ਸਾਈਕੋਲੋਜਿਸਟ ਵੀ ਨੇ, ਡਾਕਟਰ ਰਿਤੂ ਸਿੰਘ। ਸੋ ਰਿਤੂ, ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੋ ਅੰਦੋਲਨ ਜੀ ਵੀ ਤੁਹਾਨੂੰ ਪਹਿਲਾਂ ਵੀ ਕਿਹਾ ਗਿਆ, ਔਰ ਇਸ ਮੋਰਚੇ 'ਚ ਵੀ ਤੁਸੀਂ ਪਹੁੰਚ ਚੁੱਕੇ ਹੋ, ਲਗਾਤਾਰ ਤੁਹਾਨੂੰ ਇੱਥੇ ਦੇਖ ਵੀ ਰਹੇ ਹੈਗੇ ਆ, ਲਗਾਤਾਰ ਤੁਹਾਡਾ ਰਾਬਤਾ ਵੀ ਚੱਲਦਾ ਰਹਿੰਦਾ ਬਾਬਾ ਰਾਜਾ ਰਾਜ ਸਿੰਘ ਹੁਣਾਂ ਦੇ ਨਾਲ। ਸੋ ਪਹਿਲਾਂ ਤੇ ਕਿਹੜੀ ਚੀਜ਼ ਇੱਥੇ, ਕਿਸਾਨੀ ਤਾਂ ਸੀਗਾ, ਆਰਥਿਕਤਾ ਦਾ ਮਸਲਾ, ਪਰ ਇੱਥੇ ਕਿਹੜੀ ਚੀਜ਼ ਖਿੱਚ ਲਿਆਈ? ਕੌਮ, ਇਨਸਾਫ, ਬਰਾਬਰੀ, ਜੋ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਉਹਦੇ ਲਈ ਜੋ ਹੁੰਦਾ ਹੈ। ਕਦ ਤੱਕ ਅਸੀਂ ਸਵਾਂਗੇ ਜੀ, ਤੁਸੀਂ ਮੈਨੂੰ ਦੱਸੋ। ਇੱਕ ਪੰਜਾਬ ਨਾ ਹਮੇਸ਼ਾ ਇੱਕ ਮਿਸਾਲ ਰਿਹਾ। ਇਹ ਜਿਹੜਾ ਸਾਨੂੰ ਅੰਦੋਲਨ ਜੀਵੀ ਕਹਿੰਦਾ ਹੈ ਨਾ, ਜਦ ਪੂਰੇ ਦੇਸ਼ ਤੇ ਵੀ ਕੋਈ ਆਪਦਾ ਆਉਂਦੀ ਹੈ ਨਾ, ਜਿਵੇਂ ਕਹਿ ਲਓ ਕੋਈ ਨੈਚੁਰਲ ਕਲੈਮਿਟੀ ਆ ਗਈ, ਭੁਚਾਲ ਆ ਗਿਆ,
ਦੇਸ਼ 'ਚ ਕੁਛ ਇਦਾਂ ਦਾ ਫਲੱਡਸ ਆ ਗਏ, ਸਭ ਤੋਂ ਪਹਿਲਾਂ ਕਿਹਦੀ ਵੱਲ ਦੇਖਦੇ ਨੇ? ਸਿੱਖ ਕੌਮ ਵੱਲ ਦੇਖਦੇ ਨਾ। ਇਹਨਾਂ ਨੇ ਸਾਡੇ ਨਾਲ ਹਮੇਸ਼ਾ ਧੱਕਾ ਕੀਤਾ। ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ, ਸਾਨੂੰ ਕਿਹਾ ਟੈਰਰਿਸਟ, ਅੱਤਵਾਦੀ, ਸਾਨੂੰ ਕਿਹਾ ਖਾਲਿਸਤਾਨੀ, ਸਾਨੂੰ ਇਹੋ ਜਿਹੀਆਂ ਚੀਜ਼ਾਂ ਨਾਲ ਇਹ ਨਵਾਜ਼ਦੇ ਨੇ, ਹੈ ਨਾ। ਉਹੀ ਚੀਜ਼ ਇੱਥੇ ਲੈ ਕੇ ਆਈ ਹੈ ਜੀ। ਹੁਣ ਬਸ ਆਪਣੇ ਹੱਕ ਹੁਣ ਮੰਗ ਕੇ ਨਹੀਂ ਲੈਣੇ, ਖੋ ਕੇ ਲੈਣੇ। ਤੇ ਖੋਣ ਦਾ ਤਰੀਕਾ ਹਮੇਸ਼ਾ ਨਾ ਮਾਰਨ ਕੱਟਣ ਵਾਲਾ ਨਹੀਂ ਹੁੰਦਾ। ਖੋਣ ਦਾ ਤਰੀਕਾ ਸਭ ਤੋਂ ਵਧੀਆ ਜੋ ਸੰਵਿਧਾਨ ਦੇ ਅੰਦਰ ਲਿਖਿਆ, ਪੀਸਫੁਲ ਪ੍ਰੋਟੈਸਟ। ਕਿਉਂਕਿ ਜਦ ਸਰਕਾਰਾਂ ਆਵਾਰਾ ਹੋ ਜਾਂਦੀਆਂ ਨਾ ਤਾਂ ਸੜਕਾਂ ਸੁਨਸਾਨ ਨਹੀਂ ਰਹਿਣੀਆਂ ਚਾਹੀਦੀਆਂ। ਅੱਜ ਜੋ ਮਾਹੌਲ ਤੁਸੀਂ ਦੇਖ ਰਹੇ ਹੋ ਨਾ, ਇਹ ਸਰਕਾਰ ਆ ਬੇਈਮਾਨ। ਇਸ ਸਰਕਾਰ ਨੂੰ ਚਲਾ ਰਹੇ ਨੇ ਪੂੰਜੀਪਤੀ ਜਿਹੜੇ ਉੱਪਰ ਬੈਠੇ ਨੇ। ਇਹਨਾਂ ਨੇ ਤੁਹਾਡਾ ਹੱਕ, ਮੇਰਾ ਹੱਕ, ਆਉਣ ਵਾਲੀਆਂ ਪੀੜ੍ਹੀਆਂ ਦਾ ਹੱਕ, ਪੰਜਾਬ ਨੂੰ ਰੋਲ ਦੇਣਾ, ਪੰਜਾਬ 'ਚ ਸਭ ਕੁਝ ਖਤਮ ਕਰ ਦੇਣਾ, ਯੂਥ ਨੂੰ ਸਾਰਾ ਕੁਝ ਬਰਬਾਦ ਕਰਤਾ, ਸਭ ਕੁਝ ਖੋ ਕੇ ਨਾ ਉਹ ਜਿਹੜੇ ਦੋ ਲੋਕ ਕੇ ਉੱਪਰ ਬੈਠੇ ਨਾ ਉਹਨਾਂ ਦੇ ਹੱਥਾਂ ਵਿੱਚ ਦੇ ਦੇਣਾ, ਸਾਡੇ ਤੋਂ ਸਭ ਕੁਝ ਖਤਮ ਹੋ ਜਾਣਾ। ਔਰ ਮੈਨੂੰ ਜੋ ਚੀਜ਼ ਇੱਥੇ ਚਿਣਕ ਜੋ ਮੇਰੇ ਅੰਦਰ ਲੱਗੀ ਆ, ਜੋ ਮੈਨੂੰ ਇੱਥੇ ਲੈ ਕੇ ਆਈ ਹੈ, ਉਹ ਉਹੀ ਇਨਸਾਫ ਆ। ਉਹ ਚੀਜ਼ ਲੈ ਕਰ ਆਈ ਹੈ ਕਿ ਜੀ ਜੇ ਮੈਂ ਪੜ੍ਹ ਲਿਖ ਗਈ, ਮੈਂ ਇੱਥੋਂ ਗਈ, ਠੀਕ ਹੈ, ਮੇਰੇ ਫਾਦਰ ਮੇਰੇ ਜਿਹੜੇ ਮੈਂ ਆਪਣੇ ਮੇਰਾ ਪਿਓ ਤਾਂ ਮੇਰੇ ਲਈ ਸੂਰਮਾ ਸੀਗਾ, ਠੀਕ ਹੈ, ਮੈਂ ਉਹਨਾਂ ਦੇ ਅੰਦਰ ਜੋ ਜਜ਼ਬਾ ਦੇਖਿਆ ਆਪਣੇ ਕੌਮ ਲਈ, ਗੁਰੂ ਸਾਹਿਬ ਲਈ ਪਿਆਰ, ਹੈ ਨਾ, ਉਹ ਚੀਜ਼ ਅੱਜ ਉਹ ਰਹੇ ਨਹੀਂ ਮੇਰੇ ਵਿੱਚ। ਕੋਵਿਡ 'ਚ ਪੂਰੇ ਹੋ ਗਏ ਮੇਰੇ ਦਿਲ 'ਚੋਂ ਸੁਪਨਾ। ਮੈਨੂੰ ਲੱਗਦਾ ਕੋਈ ਨਹੀਂ, ਇੱਕ ਸਰੀਰ ਹੈ ਨਾ, ਇੱਕ ਹੀ ਜ਼ਿੰਦਗੀ ਹੈ ਨਾ, ਕਿਉਂ ਨਾ ਕੌਮ ਦੇ ਲੇਖੇ ਲਾਈ ਜਾਏ। ਮੈਂ ਘਰ ਬਹਿ ਕੇ ਨਾ ਸੜ ਕੇ ਨਹੀਂ ਮਰਨਾ। ਮੈਨੂੰ ਜੇ ਮਰਨਾ ਹੀ ਹੈ, ਤੁਸੀਂ ਵੀ ਮੈਂ ਵੀ, ਅੱਜ ਉਹ ਟਾਈਮ ਆਊਗਾ, ਲੇਕਿਨ ਬਾਹਰ ਨਿਕਲ ਕੇ ਲੜ ਕੇ। ਉਹੀ ਚੀਜ਼ ਮੈਨੂੰ ਇੱਥੇ ਵਾਪਸ ਲੈ ਕੇ ਆਈ ਹੈ। ਤੇ ਮੈਂ ਇਹ ਚੀਜ਼ ਸੋਚ ਕੇ ਬੈਠੀ ਹਾਂ ਜੀ। ਮੈਨੂੰ ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ, ਆਪਣੇ ਨਾ ਹਿਸਟਰੀ ਪੈਨ ਕਾਪੀ ਲੈ ਲਓ, ਕਿਤਾਬ 'ਚ ਲਿਖ ਲਓ, ਤੁਹਾਡੀ ਕੋਈ ਵੀ ਸਰਕਾਰ ਨਹੀਂ ਆਈ ਅੱਜ ਦਿਨ ਤੱਕ ਪੰਜਾਬ 'ਚ। ਪੰਜਾਬ ਦੀ ਗੱਲ ਕਰਨ ਵਾਲੀ, ਸਿੱਖਾਂ ਦੀ ਗੱਲ ਕਰਨ ਵਾਲੀ, ਸਿੱਖਾਂ ਦੀ ਹਿਮਾਇਤੀ, ਇਨਸਾਫ ਬਰਾਬਰੀ ਦੀ ਗੱਲ ਕਰਨ ਵਾਲੀ ਸਰਕਾਰ ਆਈ ਨਹੀਂ ਜੀ। ਪਰ ਇਸ ਮੋਰਚੇ ਦੀ ਜੇ ਮੈਂ ਗੱਲ ਕਰਾਂ, ਜਿਵੇਂ ਮੁੱਖ ਮੰਗਾ ਬੰਦੀ ਸਿੰਘਾਂ ਦੀ ਰਿਹਾਈ ਹੈ, ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਇੱਕ ਵੱਖਰੀ ਚਿਣਕ ਜਿਹੜੀ ਹੈ ਭਾਈ ਹਵਾਰਾ ਜੀ ਦੀ ਰਿਹਾਈ ਦੀ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਵੱਲੋਂ ਲਗਾਈ ਗਈ, ਔਰ ਉਹ ਇੱਕ ਧੀ ਹੋਣ ਦੇ ਨਾਤੇ ਉਹ ਸੁਪਨਾ ਪੂਰਾ ਕਰਨ ਦੇ ਲਈ ਤੁਸੀਂ ਅੱਜ ਇੱਥੇ ਸ਼ਾਮਿਲ ਹੋ। ਮੈਂ ਚਾਹੁੰਦੀ ਉਹ ਜ਼ਰੂਰ ਦੱਸੋ, ਉਹ ਕਿਸ ਤਰ੍ਹਾਂ ਦੇ ਨਾਲ ਉਹ ਪੱਖ ਤੁਹਾਨੂੰ ਭਾਵੁਕ ਵੀ ਕਰਦਾ ਤੇ ਉਹਨੇ ਤੁਹਾਨੂੰ ਇੱਥੇ 1 ਮਹੀਨੇ ਤੋਂ ਬਿਠਾਇਆ ਵੀ ਹੋਇਆ। ਮੇਰਾ ਨਾ, ਮੈਂ ਜਦ ਕਿਸਾਨੀ ਸੰਘਰਸ਼ ਮੋਰਚਾ ਲੱਗਿਆ ਨਾ, ਉਸ ਤੋਂ ਪਹਿਲੇ ਤਾਂ ਅਸੀਂ ਸ਼ਾਹੀਨ ਬਾਗ ਅੰਦੋਲਨ ਕਰਦੇ ਸੀਗੇ, ਠੀਕ ਹੈ। ਲੋਕਾਂ ਨੇ ਬਦਨਾਮ ਕਰਤਾ ਤਾਂ ਮੁਸਲਮਾਨ ਦਾ ਅੰਦੋਲਨ ਹੈ ਨਾ, ਇਹ ਤਾਂ ਆਤੰਕਵਾਦੀ ਨੇ, ਸਾਰੇ ਆਤੰਕਵਾਦੀ ਖੜੇ ਨੇ। ਅਸੀਂ ਜਾਂਦੇ ਸੀਗੇ, ਬਟ ਉੱਥੇ ਹਰ ਕਮਿਊਨਿਟੀ ਦਾ, ਭਾਵੇਂ ਕਹਿ ਲਓ ਕਿ ਹਿੰਦੂ ਵੀ ਉੱਥੇ ਆਉਂਦੇ ਸੀਗੇ, ਜਿਹੜੇ ਪ੍ਰੋਗਰੈਸਿਵ ਥਾਟ ਦੇ ਸੀਗੇ, ਇਮਾਨਦਾਰ ਲੋਕ ਸੀਗੇ ਨਾ। ਉੱਥੇ SC BC ਜਿਹੜੇ ਸਮਾਜ ਦੇ ਸਾਡੇ ਜਿਨ੍ਹਾਂ ਨਾਲ ਧੱਕਾ ਹੁੰਦਾ ਹੈ, ਦਬੇ ਕੁਚਲ ਲੋਕ, ਸਾਰੇ ਸਿੱਖ ਵੀ ਕਮਿਊਨਿਟੀ ਪਹੁੰਚ ਗਈ ਸੀ। ਤੇ ਮੇਰੇ ਪਾਪਾ ਮੈਨੂੰ ਕਹਿੰਦੇ ਸੀਗੇ ਕਿ ਬੇਟੇ ਬਹੁਤ ਵਧੀਆ ਕਰ ਰਹੀ ਹੈ, ਬਸ ਇੱਕ ਹੀ ਚੀਜ਼ ਯਾਦ ਰੱਖੀ, ਡਰਨਾ ਨਹੀਂ ਹੈਗਾ, ਆਪਾਂ ਕਿਸੇ ਡਰੇ ਨਹੀਂ। ਉਹ ਇਤਿਹਾਸ ਦੇ ਬਾਰੇ ਦੱਸਦੇ ਰਹਿੰਦੇ ਸੀਗੇ, ਉਹਨਾਂ ਤੋਂ ਗੱਲਾਂ ਸੁਣਨੀਆਂ ਬੜੀਆਂ ਚੰਗੀਆਂ ਲੱਗਦੀਆਂ ਸੀਗੀਆਂ, ਹੈ ਨਾ। ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਦੱਸਦੇ ਸੀਗੇ ਕਿ ਕੀ ਦੌਰ ਸੀਗਾ, ਉਹ ਕੀ ਚੀਜ਼ਾਂ ਹੁੰਦੀਆਂ ਹੋਣੀਆਂ ਉਸ ਟਾਈਮ ਤੇ, ਉਹ ਪੇਨ ਰਹਿੰਦੀ ਸੀਗੀ। ਫਿਰ ਉਹਨਾਂ ਨੇ ਨਾ, ਮੈਂ ਕਿਹਾ ਪਾਪਾ ਆ ਸਾਨੂੰ ਬਦਨਾਮ ਕਿਉਂ ਕਰਦੇ ਨੇ? ਉਹ ਇਹ ਕਹਿੰਦੇ ਨੇ ਕਿ ਇਹ ਖਾਲਿਸਤਾਨੀ ਨੇ, ਆ ਕਿਸਾਨੀ ਸੰਘਰਸ਼ ਮੋਰਚੇ ਵੇਲੇ। ਮੈਂ ਕਿਹਾ ਕਿਉਂ ਇਹੋ ਜਿਹੀਆਂ ਹਰਕਤਾਂ ਕਰਦੇ ਨੇ? ਖਾਲਿਸ ਦਾ ਮਤਲਬ, ਫਿਰ ਪਾਪਾ ਨੇ ਮੈਨੂੰ ਦੱਸਿਆ, ਪੁੱਤ ਤੈਨੂੰ ਖਾਲਿਸ ਦਾ ਮਤਲਬ ਪਤਾ? ਮੈਂ ਕਿਹਾ ਇੰਨਾ ਤੇ ਨਹੀਂ, ਬਸ ਇਹ ਟਰਮ ਇਹੋ ਜਿਹਾ। ਸੋਚੋ ਸਾਡੀ ਕੀ ਅਕਲ ਹੋਣੀ, ਇਹ ਜਾਣਬੁੱਝ ਕੇ ਸਾਡੇ ਤੋਂ ਸਾਡੀ ਚੀਜ਼ਾਂ ਛੁਪਾਈਆਂ ਗਈਆਂ। ਪਾਪਾ ਨੇ ਸਮਝਾਇਆ ਕਿ ਖਾਲਿਸ ਮੀਨਸ ਪਿਓਰਿਟੀ, ਦਿਸ ਇਜ਼ ਦੀ ਟਰਮੀਨੋਲੋਜੀ, ਰਾਈਟ, ਆ ਮੀਨਿੰਗ ਹੈਗਾ। ਇਹਨਾਂ ਨੇ ਖਾਲਿਸਤਾਨ ਨੂੰ, ਕਿਉਂਕਿ ਤੁਸੀਂ ਆਪਣੇ ਅਧਿਕਾਰਾਂ ਦੀ ਗੱਲ ਕੀਤੀ ਨਾ, ਇਹਨਾਂ ਨੇ ਖਾਲਿਸ ਵਰਡ ਨੂੰ, ਖਾਲਿਸਤਾਨ ਨੂੰ, ਕਿ ਤੁਸੀਂ ਆਪਣਾ ਵੱਖਰਾ ਮੁਲਕ ਮੰਗਦੇ ਹੋ, ਉਹਦੇ ਨਾਲ ਜੋੜਿਆ ਕਿ ਤੁਸੀਂ ਆਤੰਕਵਾਦੀ ਹੋ, ਹੈ ਨਾ। ਉਹਨਾਂ ਨੇ ਉਹ ਕਲੈਰੀਫਿਕੇਸ਼ਨ ਮੈਨੂੰ ਦਿਮਾਗ 'ਚ ਪਾਈ ਕਿ ਇਹ ਚੀਜ਼ਾਂ ਹੈਗੀਆਂ। ਫਿਰ ਉਹ ਗੱਲ ਆ ਗਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਬਾਰੇ। ਉਹਨਾਂ ਨੇ ਇੱਦਾਂ ਗੱਲ ਕੀਤੀ ਕਿ ਕੀ ਹੋਇਆ ਸੀ ਉਸ ਟਾਈਮ 'ਤੇ। ਇਹ ਤਾਂ ਚਲੋ ਜਿਹੜੇ ਇੱਥੇ ਬੈਠੇ ਨੇ ਕਿਸਾਨੀ ਸੰਘਰਸ਼ 'ਤੇ, ਇਹ ਤਾਂ ਜ਼ਮੀਨਾਂ ਦੀ ਗੱਲ ਹੈਗੀ ਹੈ, ਲੇਕਿਨ ਉਹ ਸੂਰਮਾ ਜਿਹੜਾ ਹੈਗਾ ਨਾ, ਉਹ ਜਿਹੜੇ ਕੌਮ ਦੇ ਸੂਰਮੇ ਸਾਡੇ ਅੰਦਰ ਗਏ ਨੇ, ਬੰਦੀ ਸਿੰਘ ਜਿਹੜੇ, ਇਹ ਅੱਜ ਤੋਂ ਨਹੀਂ ਹੈਗਾ। ਬੰਦੀ ਦੇ ਸਿੰਘ ਪਹਿਲੇ ਵੀ ਹੁੰਦੇ ਸੀਗੇ ਜਦ ਗੁਰੂਆਂ ਪੀਰਾਂ ਦੇ ਟਾਈਮ ਦੀ ਗੱਲ ਆ, ਲੇਕਿਨ ਇਹ ਸਾਡੀ ਕੌਮ ਲਈ ਗਏ। ਇਹਨਾਂ ਦਾ ਨਾ ਜ਼ਮੀਨ ਦਾ ਝਗੜਾ ਸੀਗਾ, ਨਾ ਇਹਨਾਂ ਦੇ ਕੋਈ ਜਾਤੀਗਤ ਮਸਲਾ ਸੀਗਾ, ਨਾ ਇਹਨਾਂ ਦੇ ਕੋਈ ਪਰਿਵਾਰਿਕ ਚੀਜ਼ਾਂ ਸੀਗੀਆਂ। ਉਹ ਅੰਦਰ ਗਏ ਤੇ ਇਹ ਉਹਨਾਂ ਦੀ ਵਜ੍ਹਾ ਨਾਲ ਜੋ ਵੀ ਉਹਨਾਂ ਨੇ ਉਸ ਟਾਈਮ ਤੇ ਪੰਜਾਬ ਨਾਲ ਧੱਕਾ ਹੁੰਦਾ ਸੀ, ਯੂਥ ਨਾਲ ਧੱਕਾ ਹੁੰਦਾ ਸੀ, ਕਿੰਨੇ ਇਨੋਸੈਂਟ ਲੋਕਾਂ ਨੂੰ ਮਾਰ ਦਿੰਦੇ ਸੀਗੇ, ਖੂਨ ਬਹਾਉਂਦੇ ਸੀਗੇ ਸੜਕਾਂ ਤੇ, ਹੈ ਨਾ, ਗਲਾ ਕੱਟ ਦੇਣਾ, ਕਿਸੇ ਨੂੰ ਮਾਰ ਦੇਣਾ। ਉਸ ਪਾਪ ਨੂੰ ਰੋਕਣ ਲਈ, ਉਸ ਚੀਜ਼ਾਂ ਨੂੰ ਰੋਕਣ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਉਹ ਸਿੰਘ ਬਾਹਰ ਆਉਣੇ ਚਾਹੀਦੇ। ਇੱਦਾਂ ਗੱਲਾਂ ਹੁੰਦੀਆਂ ਸੀਗੀਆਂ ਨੋਰਮਲ, ਇੱਥੋਂ ਸੁਣੀ ਤੇ ਇੱਥੋਂ ਕੱਢਤੀ, ਬਟ ਬੈਕ ਆਫ ਦਾ ਮਾਈਂਡ ਰਹਿੰਦਾ ਸੀਗਾ। ਬਟ ਜਦ ਮੇਰਾ ਇੱਕ ਕੇਸ ਸੀਗਾ, ਮੇਰੇ ਨਾਲ ਜਦ BJP ਦੀ ਇੱਕ ਹੈਗੀ ਉੱਥੇ ਪ੍ਰਿੰਸੀਪਲ, ਜਿਸ ਕਾਲਜ 'ਚ ਮੈਂ ਪੜ੍ਹਾਉਂਦੀ ਸੀ, ਉਹਨੇ ਸ਼ੈਤਾਨੀ ਕੀਤੀ, ਉਹਨੂੰ ਵੀ ਟੰਗਿਆ ਹੋਇਆ। ਉਹ 'ਤੇ ਮੈਂ ਕੇਸ ਪਾਇਆ, ਚਾਰਜਸ਼ੀਟ ਜਮ੍ਹਾਂ, ਕਿਉਂਕਿ ਮੇਰੇ ਅੰਦਰ ਉਹ ਜਜ਼ਬਾ ਸਿਰਫ ਔਰ ਸਿਰਫ ਮੇਰੇ ਫਾਦਰ ਸਾਹਿਬ ਕਰਕੇ ਸੀਗਾ। ਇੱਦਾਂ ਨਹੀਂ ਕਿ ਮੇਰੀ ਮਦਰ ਕੋਈ ਪਿੱਛੇ ਹਟਦੀ ਹੈ, ਲੇਕਿਨ ਮਦਰਸ ਆਰ ਇਮੋਸ਼ਨਲਸ, ਹੈ ਨਾ। ਉਹ ਚਾਹੁੰਦੀਆਂ ਕਿ ਬੱਚੇ 'ਤੇ ਕੋਈ ਉਹ ਚੀਜ਼ ਨਾ, ਲੇਕਿਨ ਪਿਓ ਮੇਰਾ ਸੀਗਾ ਕਿ ਠੀਕ ਆ, ਜੋ ਵੀ ਹੈਗਾ ਕੌਮ ਦੇ ਲੇਖੇ ਲਾਓ,
ਪਿੱਛੇ ਨਹੀਂ ਹਟਣਾ ਮੈਨੂੰ, ਕਿਉਂਕਿ ਇੱਕ ਤਾਂ ਅਸੀਂ ਮੇਰੇ ਭਰਾ ਨਹੀਂ ਹੈਗਾ ਕੋਈ, ਹੈ ਨਾ, ਤੇ ਉਹ ਸਿੰਘ ਵੀ ਮੈਨੂੰ ਬੜੀ ਵਾਰੀ ਪੁੱਛਦੇ ਆ ਕਿਉਂ। ਸੋਚੋ ਮੇਰੇ ਪਾਪਾ ਦੀ ਕੀ ਸੋਚ ਹੋਣੀ, ਹੈ ਨਾ। ਸਾਰਿਆਂ ਤੋਂ ਸੈੱਟ ਸਾਈਡ ਕਰਕੇ ਇਦਾਂ ਨਹੀਂ, ਵਿਰੋਧ ਕਰਨ ਵਾਲੇ ਕੋਈ ਬਾਹਰ ਦੇ ਸੀਗੇ, ਵਿਰੋਧ ਕਰਨ ਵਾਲੇ ਵੀ ਕੁੜੀ ਹੋਏ ਹੋਏ ਧੀ ਹੋ ਗਈ, ਉਹ ਪਰਿਵਾਰ ਦੇ ਹੀ ਸੀਗੇ, ਠੀਕ ਹੈ। ਤੇ ਮੇਰੇ ਬਾਪੂ ਨੇ ਕਿਹਾ ਅੱਜ ਬੋਲਤਾ ਨਾ ਦੁਬਾਰਾ ਨਹੀਂ ਬੋਲਣਾ, ਮੈਂ ਮੂੰਹ ਤੋੜ ਦੂੰਗਾ, ਆਈ ਮੇਰਾ ਸਿੰਘ, ਆਈ ਮੇਰੀ ਕੋਰ ਆ, ਅੱਜ ਤੋਂ ਮੇਰਾ ਪੁੱਤਰ ਵੀ ਆਈ ਹੈ। ਤੇ ਉਹਨਾਂ ਨੇ ਕਿਹਾ ਮੇਰਾ ਤੂੰ ਸਿੰਘ ਆ, ਹਾਂਜੀ ਉਹਨਾਂ ਨੇ ਕਿਹਾ, ਆ ਮੇਰੀ ਨਰਸ ਨੇ ਨਾਮ ਰੱਖਿਆ ਸੀਗਾ, ਤੇ ਉਹਨਾਂ ਨੇ ਕਿਹਾ ਮੇਰਾ ਸਿੰਘ ਅੱਜ ਤੋਂ, ਮੇਰੀ ਸਿੰਘਣੀ ਵੀ ਆ, ਮੇਰਾ ਸਿੰਘ ਵੀ ਹੈ ਨਾ। ਉਹਨਾਂ ਦਾ ਉਹ ਸੁਪਨਾ ਜੋ ਉਹਨਾਂ ਦੇ ਦਿਲ 'ਚ ਅੱਗ ਸੀਗੀ। ਜਦ ਮੇਰਾ ਕੇਸ ਪਿਆ ਤੇ ਜੋ ਮੇਰੇ ਐਡਵੋਕੇਟ ਸੀਗੇ, ਉਹਨਾਂ ਨੇ ਸ਼ਾਹੀਨ ਬਾਗ ਦਾ ਜਿਹੜਾ ਸਭ ਤੋਂ ਵੱਡਾ ਮੋਰਚਾ ਸ਼ਾਹੀਨ ਬਾਗ ਤੇ ਲੱਗਿਆ ਸੀਗਾ, ਐਡਵੋਕੇਟ ਮਹਿਮੂਦ ਪ੍ਰਾਚਾ, ਜੋ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਵੀ ਮੇਨ ਐਡਵੋਕੇਟ ਨੇ, ਮੇਨ ਵਕੀਲ, ਉਹ ਹੀ ਉਹਨਾਂ ਦੇ ਵਕੀਲ ਸੀਗੇ। ਗੱਲ ਹੋ ਰਹੀ ਸੀਗੀ ਤੇ ਪ੍ਰਾਚਾ ਸਾਹਿਬ ਮੈਨੂੰ ਇੱਕ ਦਿਨ ਕਹਿੰਦੇ ਤੁਸੀਂ ਕੀ ਕਰਦੇ ਹੋ, ਤੁਹਾਡੀ ਕੌਮ ਦੇ ਵਿੱਚ ਜਜ਼ਬਾ ਨਹੀਂ ਹੈਗਾ, ਏਕਤਾ ਨਹੀਂ ਹੈਗੀ, ਇੱਦਾਂ ਦੇ ਤੁਸੀਂ ਇੱਕ ਮਿਸਾਲ ਹੋ ਯਾਰ। ਤੁਸੀਂ ਸਿੱਖ ਕੌਮ ਨੂੰ ਨਾ ਲੁੱਕ ਅਪ ਕੀਤਾ ਜਾਂਦਾ ਜਦ ਕੋਈ ਦੇਸ਼ ਦੇ ਵਿੱਚ ਜਾਂ ਕਿਸੇ ਦੀ ਵੀ ਗੱਲ ਹੁੰਦੀ ਹੈ, ਲੋਕ ਦੇਖਦੇ ਨੇ, ਤੁਸੀਂ ਇਹਨਾਂ ਲਈ ਬੋਲਦੇ ਨਹੀਂ। ਮੈਂ ਕਿਹਾ ਕਿਹਦੀ ਲਈ? ਕਹਿੰਦੇ ਜਗਤਾਰ ਸਿੰਘ ਹਵਾਰਾ ਲਈ। ਜਦ ਮੈਂ ਗੱਲ ਸੁਣੀ ਮੈਨੂੰ ਇੱਕਦਮ ਝਟਕਾ ਲੱਗਿਆ। ਮੈਂ ਪਾਪਾ ਨਾਲ ਗੱਲ ਕੀਤੀ ਉਸੇ ਟਾਈਮ ਫੋਨ ਤੇ, ਪਾਪਾ ਕਹਿੰਦੇ ਪੁੱਤ ਇਹਦੇ ਹੱਥ ਲਾ ਲੈ ਪੈਰਾਂ ਨੂੰ, ਇਹ ਕਰੂਗਾ ਜੋ ਕਰੂਗਾ, ਇਹਨੂੰ ਕਹਿ ਕਿ ਕਿਸੇ ਤਰ੍ਹਾਂ ਉਹ ਸਿੰਘ ਨੂੰ ਨਾ ਬਾਹਰ ਲਿਆਓ। ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਨਾ, ਪੰਜਾਬ ਦੀ ਰਾਜਨੀਤੀ ਬਦਲਣੀ ਆ। ਪੰਜਾਬ ਦੇ ਵਿੱਚ ਨਾਲ ਜੋ ਧੱਕਾ ਹੋ ਰਿਹਾ, ਪਾਣੀ ਦਾ ਮਸਲਾ, ਬੇਅਦਬੀਆਂ ਦਾ ਮਸਲਾ, ਸਰੂਪ ਚੋਰੀ ਹੋਣ ਦਾ ਮਸਲਾ, ਡਰੱਗਸ ਨਾਲ ਜੋ ਫਿਊਚਰ ਖਰਾਬ ਕੀਤਾ ਜਾ ਰਿਹਾ ਯੂਥ ਦਾ, ਅੱਜ ਜਿਸ ਦਿਨ ਜਥੇਦਾਰ ਸਾਡਾ ਬਾਹਰ ਆ ਗਿਆ ਨਾ, ਹੋ ਜਾਊਗਾ। ਸੋਚੋ ਸਾਨੂੰ ਸ਼ਰਮ ਆਉਂਦੀ ਆ, ਸਾਨੂੰ ਇਹ ਵੀ ਨਹੀਂ ਪਤਾ ਸੀਗਾ ਕਿ 10 ਲੱਖ ਲੋਕਾਂ ਨੇ ਉਹਨਾਂ ਨੂੰ ਜਥੇਦਾਰ ਬਣਾਇਆ ਅਕਾਲ ਤਖਤ ਦਾ। ਅਸੀਂ ਦਿੱਲੀ ਯੂਨੀਵਰਸਿਟੀ ਰਹਿ ਕੇ ਇੰਨੇ ਮਗਰੂਰ ਹੋ ਗਏ ਸੀਗੇ, ਇੰਜੋਇਮੈਂਟ, ਮਾਡਰਨਾਈਜੇਸ਼ਨ ਦੇ ਟ੍ਰੈਂਡ ਨਾਲ ਚੱਲਣਾ। ਯੂ ਫੋਰਗੇਟ ਕਿ ਤੁਹਾਡਾ ਪਿੱਛੇ ਕੀ ਹੈ, ਰੂਟਸ ਕੀ ਨੇ ਨਾ। ਉਹ ਝਟਕਾ ਜਦ ਅੰਦਰ ਲੱਗਿਆ ਨਾ, ਪੇਨ। ਸੋ ਨਾਓ ਦਿਸ ਇਜ਼ ਅ ਡ੍ਰੀਮ ਆਫ ਮਾਈ ਫਾਦਰ ਜੋ ਮੈਂ ਪੂਰਾ ਕਰਨਾ। ਪਰ FIRਾਂ ਹੁਣ ਲੱਗ ਗਈਆਂ ਨੇ ਅੱਜ 10 ਜਿਹੜੇ ਉਹਨਾਂ 'ਚ ਇੱਕ 14 ਸਾਲ ਦਾ ਬੱਚਾ ਵੀ ਦੱਸਿਆ ਜਾ ਰਿਹਾ, ਜਿਹਦੀ ਤਸਵੀਰ ਪਬਲਿਕ ਨੋਟਿਸ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਰਿਲੀਜ਼ ਕੀਤੀ ਹੈ, ਇਨਾਮ ਰੱਖਿਆ ਗਿਆ। ਤੁਹਾਨੂੰ ਤਾਂ ਪਹਿਲਾਂ ਹੀ ਬਹੁਤ ਤਗਮੇ ਮਿਲੇ ਹੋਏ FIRਾਂ ਦੇ, ਸੋ ਡਟੇ ਰਹੋਗੇ, ਤਿਆਰ? ਜੀ ਫਰਕ ਹੀ ਨਹੀਂ ਪੈਂਦਾ। ਤੁਸੀਂ ਕੀ ਦੇਖਦੇ ਹੋ, ਆ ਜਿਹੜੀ FIR ਹੋਈ ਆ ਨਾ, ਮਾਰਕ ਮਾਈ ਵਰਡਸ, ਆ ਸਰਕਾਰ ਨੂੰ ਵਾਪਸ ਲੈਣੀ ਪੈਣੀ ਹੈ ਔਰ ਲਿਆਵਾਂਗੇ ਅਸੀਂ। ਔਰ ਜੋ 4 ਦਿਨ ਪਹਿਲੇ ਇੱਥੇ ਹਮਲੇ ਹੋਏ ਨਾ, ਜੋ ਹਾਲਾਤ ਸੀਗੇ, ਜਿਹੜਾ ਵਾਟਰ ਕੈਨਨ ਮਾਰੇ, ਉਹ ਵੀ ਗੁੰਡੇ ਸਰਕਾਰ ਦੇ ਸੀਗੇ ਜਿਨ੍ਹਾਂ ਨੇ ਆ ਕੇ ਘੁਸਪੈਠ ਕੀਤੀ। ਸਾਡੇ ਵੱਲੋਂ ਕਦੀ ਵੀ ਪਹਿਲ ਨਹੀਂ ਹੁੰਦੀ, ਅਸੀਂ ਕੁਝ ਨਹੀਂ ਕਰਦੇ ਹਾਂ। ਤੁਸੀਂ ਮੇਕ ਸ਼ੋਰ ਕਰ ਲਓ, ਸਰਕਾਰ ਚਾਹੇ ਕਹਿ ਲਓ, ਹੋ ਸਕਦਾ ਆਪਣੇ ਯੂਨੀਫਾਰਮ 'ਚ, ਕਿਉਂਕਿ ਅਸੀਂ ਦਿੱਲੀ ਦੇਖਿਆ ਜੀ, ਪੁਲਿਸ ਖੜੀ ਹੋ ਕੇ ਤਮਾਸ਼ਾ ਦੇਖਦੀ ਆ, ਆਰਾਮ ਨਾਲ ਤਮਾਸ਼ਾ ਦੇਖਦੀ ਆ ਪੁਲਿਸ, ਔਰ ਪੁਲਿਸ ਦੇ ਉਹਦੇ 'ਚ ਹੀ ਆ ਕੇ ਰੂਪ ਬੇਰੂਪੀਏ ਉਹਨਾਂ ਦੇ ਗੁੰਡੇ ਹੁੰਦੇ ਨੇ, ਜਿਹੜੇ ਉਹ ਇੱਥੇ ਪਾਉਂਦੇ ਨੇ, ਸਰਕਾਰੀ ਗੁੰਡੇ। ਉਹ ਇੱਥੇ ਲੈ ਕੇ ਆਉਂਦੇ ਨੇ ਤਾਂ ਕਿ ਇੱਥੇ ਮਾਹੌਲ ਪੀਸ ਖਰਾਬ ਕਰੋ। ਇਹ ਪੀਸਫੁਲ ਕਿੱਦਾਂ ਬੈਠੇ ਨੇ, ਇਹਨਾਂ ਨੂੰ ਉਕਸਾਓ ਤਾਂ ਕਿ ਇਹ ਕਾਨੂੰਨ ਤੋੜਨ ਤੇ ਕੰਮ ਕਰਨ। ਹੁਣ ਇਸ ਜਿੰਨੀ ਵੀ ਵਿਊਅਰਸ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸੁਣ ਰਹੇ ਹੋ, ਜਿੰਨੀ ਸੰਗਤ ਇੱਥੇ ਖੜੀ ਹੈ, ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ। ਸਾਡਾ ਸਭ ਤੋਂ ਵੱਡਾ ਹਥਿਆਰ ਆ ਪੀਸਫੁਲ ਪ੍ਰੋਟੈਸਟ, ਪੀਸਫੁਲ ਅੰਦੋਲਨ। ਕਿਉਂ? ਕਿਉਂਕਿ ਦੈਟ ਇਜ਼ ਆਰ ਡੈਮੋਕ੍ਰੈਟਿਕ ਰਾਈਟ, ਕਨਸਟੀਟਿਊਸ਼ਨਲ ਰਾਈਟ, ਠੀਕ ਆ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿਉਂ। ਸੰਵਿਧਾਨ ਇਹ ਕਹਿੰਦਾ ਹੈ ਬੰਦੀ ਸਿੰਘ ਰਿਹਾ ਕਰੋ। ਸੋ ਪ੍ਰੋਟੈਸਟ ਜਿਹੜਾ ਹੈ ਨਾ, ਇਟਸ ਅ ਰਿਮਾਈਂਡਰ ਟੂ ਦੀ ਗਵਰਨਮੈਂਟ ਕਿ ਤੁਸੀਂ ਕਾਨੂੰਨ ਤੋੜ ਰਹੇ ਹੋ, ਅਸੀਂ ਨਹੀਂ। ਕਾਨੂੰਨ ਤੁਸੀਂ ਨਹੀਂ ਮੰਨ ਰਹੇ, ਅਸੀਂ ਸੰਵਿਧਾਨਿਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ। ਦਿਸ ਇਜ਼ ਆਰ ਰਾਈਟ। ਤੁਹਾਡੀ ਹਿੰਮਤ ਨਹੀਂ ਬਣਦੀ ਸਾਨੂੰ ਆ ਕੇ ਇੱਥੋਂ ਹੱਥ ਵੀ ਲਾਉਣ ਦੀ, ਉਠਾਉਣ ਦੀ ਵੀ। ਔਰ ਸਰਕਾਰ ਨੂੰ ਇਹ ਰਿਮਾਈਂਡਰ ਸੀਗਾ। 26 ਜਨਵਰੀ ਦੀ ਮਾਰਚ ਦੇਖਿਆ ਕਿੰਨਾ ਪੀਸਫੁਲ ਨਜ਼ਾਰਾ ਸੀਗਾ, 1.5 ਲੱਖ ਲੋਕੀ ਸੜਕਾਂ ਤੇ, ਇੱਥੇ ਵੀ ਇੰਨੇ ਹਜ਼ਾਰਾਂ ਦੇ ਹਿਸਾਬ ਨਾਲ ਗਿਣਤੀ ਨਾਲ ਲੋਕ ਬੈਠੇ। ਉਹ ਸਰਕਾਰਾਂ ਨੂੰ ਦੱਸਦੀ ਆ ਇਹ ਚੀਜ਼ ਕਿ ਜੋ ਤੁਸੀਂ ਕਰ ਰਹੇ ਹੋ ਨਾ, ਇਹ ਜ਼ਿਆਦਾ ਦੇਰ ਚੱਲਣਾ ਨਹੀਂ ਹੈਗਾ। 27 ਸਾਲ 32 ਸਾਲ 35 ਸਾਲ 28 ਸਾਲ ਬੰਦੇ ਸਿੰਘਾਂ ਨੂੰ ਅੰਦਰ ਰੱਖ ਕੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਕਾਨੂੰਨ ਕੌਣ ਤੋੜ ਰਿਹਾ, ਤੁਸੀਂ ਨਾ ਕਿ ਅਸੀਂ। 14 ਸਾਲ ਦੀ ਸਜ਼ਾ, ਫਿਰ ਕਿਉਂ ਕੈਦ ਨੇ 27 28 30 ਸਾਲਾਂ ਤੋਂ। ਤਾਂ ਦਿਸ ਇਜ਼ ਇੱਕ ਉਹ ਕਹਿੰਦੇ ਨਾ ਡਿਸੈਂਟ ਵੌਇਸ ਟੂ ਦੀ ਗਵਰਨਮੈਂਟ, ਔਰ ਚੇਤਾਵਨੀ ਕਿ ਮੰਨ ਜਾਓ, ਬੰਦੇ ਦੇ ਪੁੱਤ ਬਣ ਜਾਓ। ਅਸੀਂ ਆਪਣਾ ਹੱਕ ਤੁਹਾਡੇ ਕੋਲੋਂ ਹੁਣ ਖੋਹ ਕੇ ਲੈਣਾ, ਲੇਕਿਨ ਖੋਹ ਕੇ ਲੈਣੇ ਦੀ ਸਟ੍ਰੈਟਜੀ ਹੁੰਦੀ ਆ, ਦੈਟ ਇਜ਼ ਇਕੱਠ ਕਰੋ, ਵੱਧ ਤੋਂ ਵੱਧ ਗਿਣਤੀ ਤੇ ਆਓ। ਜਿੰਨੀਆਂ ਭੈਣਾਂ ਮਾਤਾਵਾਂ ਜੋ ਵੀ ਸਾਰੇ ਲੋਕੀ ਹੈਗੇ, ਇੱਥੇ ਆਓ, ਇਸ ਐਜੀਟੇਸ਼ਨ ਨਾਲ ਰੋਸ ਮਾਰਚ ਕਰੋ। ਜਿਹੜਾ ਤੁਹਾਡੇ ਅੰਦਰ ਉਹ ਚਿਣਕ ਅੱਗ ਲੱਗੀ ਹੈ ਨਾ, ਉਹ ਇੱਥੇ ਆ ਕੇ, ਕਿਉਂਕਿ ਆ ਧਾਰਮਿਕ ਵੀ ਹੈਗਾ, ਹੈ ਨਾ, ਇੱਥੇ ਕੌਮ ਦੀ ਗੱਲ ਆ, ਤੇ ਇੱਥੇ ਆ ਕੇ ਬੈਠੋ। ਤੁਸੀਂ ਇਕੱਲੇ ਹੋ ਨਾ, ਤੁਹਾਡੇ ਦਿਲ ਵਿੱਚ ਥੋੜਾ ਜਿਹਾ ਉਹ ਲੱਗੇਗਾ, ਫੀਲ ਹੋਏਗਾ ਹਾਏ ਮੈਂ ਤੇ ਇਕੱਲੀ ਹਾਂ। ਜਦ ਤੁਹਾਨੂੰ ਮੇਰਾ ਸਾਥ ਮਿਲ ਜੂਗਾ, ਮੈਨੂੰ ਤੁਹਾਡਾ ਸਾਥ ਮਿਲ ਜੂਗਾ, ਇੱਕ ਇੰਪਾਵਰਮੈਂਟ ਹੋਏਗੀ। ਦੈਟ ਇਜ਼ ਦਾ ਨਜ਼ਰੀਆ। ਅਸੀਂ ਉਹ ਇੱਥੇ ਇਸ ਅੰਦੋਲਨ ਤੋਂ ਅਸੀਂ ਦੱਸਣਾ ਹੈ ਕਿ ਪੀਸਫੁਲ ਅੰਦੋਲਨ ਜਿਹੜਾ ਸ਼ਾਹੀਨ ਬਾਗ ਸੀਗਾ, ਕੋਵਿਡ ਕਰਕੇ ਸਰਕਾਰ ਨੇ ਪ੍ਰੈਸ਼ਰ ਪਾਇਆ, ਅਸੀਂ ਵੀ ਗਾਈਡਲਾਈਨਸ ਬਣਨੀਆਂ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿਸੇ ਨਾਲ ਧੱਕਾ ਹੋਏ, ਹੈ ਨਾ, ਕਿਸੇ ਦੀ ਜਾਨ ਖਤਰੇ 'ਚ ਆਏ। ਅਸੀਂ ਉੱਥੋਂ ਅੰਦੋਲਨ ਚੱਕਿਆ, ਲੇਕਿਨ ਸਰਕਾਰ ਦੀ ਅੱਜ ਦਿਨ ਤੱਕ ਹਿੰਮਤ ਨਹੀਂ ਪਈ
ਐਨਆਰਸੀ ਸੀ, ਐਨਆਰਸੀ ਤੇ ਬਾਅਦ 'ਚ ਗੱਲ ਕਰਨ ਦੀ, ਉਹ ਸੀਗਾ ਬੀਬੀਆਂ ਦਾ ਜਜ਼ਬਾ, ਉਹ ਸੀਗਾ ਪੀਸਫੁਲ ਪ੍ਰੋਟੈਸਟ ਦੀ ਇੱਕ ਐਗਜ਼ਾਮਪਲ। ਸੇਮ ਗੋਜ਼ ਟੂ ਕਿਸਾਨੀ ਸੰਘਰਸ਼ ਅੰਦੋਲਨ। ਉੱਥੇ ਵੀ ਸਾਡੇ ਨਿਹੰਗ ਜਥੇਬੰਦੀਆਂ, ਨਿਹੰਗ ਸੂਰਮੇ ਬੈਠੇ ਸੀਗੇ ਉੱਥੇ, ਹਿੰਮਤ ਨਹੀਂ ਪਈ ਸਰਕਾਰ ਦੀ, ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਚਾਈਨਾ ਫੰਡ ਕਰ ਰਿਹਾ, ਇੱਥੋਂ ਇਹ ਉਹ ਕਰ ਰਿਹਾ, ਤੇ ਇਹ ਸਾਰੀਆਂ ਚੀਜ਼ਾਂ, ਲੇਕਿਨ ਨਹੀਂ ਚੱਲਿਆ। ਹੋਰ ਮੈਂ ਇੱਕ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਨੂੰ ਚਾਈਨਾ ਤੋਂ ਨਾ ਬੜੀ ਚੰਗੀਆਂ ਚੀਜ਼ਾਂ ਯਾਦ ਆ ਜਾਂਦੀਆਂ ਨੇ। ਕਿੱਥੇ ਜਾ ਰਹੀ ਹੈ ਸਾਡੀ ਜ਼ਮੀਨ ਜਿਹੜੀ ਲਦਾਖ ਤੇ ਧੱਕਾ ਹੋ ਰਿਹਾ, ਕੌਣ ਲੈ ਕੇ ਜਾ ਰਿਹਾ ਹੈ ਨਾ? ਜੇ ਅਸੀਂ ਸਾਡੇ ਸੰਬੰਧ ਚੀਨ ਨਾਲ ਨੇ, ਤੇ ਫਿਰ ਤੁਸੀਂ ਇੱਕ ਕੰਮ ਕਰੋ, ਸਾਨੂੰ ਤੁਸੀਂ ਕਹਿੰਦੇ ਹੋ ਟੈਰਰਿਸਟ, ਅੱਤਵਾਦੀ, ਤੁਸੀਂ ਦੇਸ਼ ਭਗਤ ਹੋ ਨਾ, ਜਾਓ ਜਾ ਕੇ ਚਾਈਨਾ ਤੋਂ ਸਾਡੀ ਜ਼ਮੀਨ ਵਾਪਸ ਲਿਆਓ, ਚੀਨ ਤੋਂ। ਸਾਡੀ ਜ਼ਮੀਨ ਜਿਹੜੀ ਖੋਈ ਹੈ ਨਾ, ਸਾਨੂੰ ਸਾਰੀਆਂ ਗੱਲਾਂ ਪਤਾ, ਜਿਹੜੇ ਉੱਥੇ ਲੋਕਲ ਸਿਟੀਜ਼ਨਸ ਰਹਿੰਦੇ ਸਭ ਦੱਸਦੇ ਨੇ। ਜੇ ਤੁਸੀਂ ਦੇਸ਼ ਭਗਤ ਹੋ ਨਾ, ਭੇਜੋ ਆਪਣੇ ਨਿਕਰਾਂ ਵਾਲਿਆਂ ਨੂੰ ਉੱਥੇ, ਤਾਂ ਉਹਨਾਂ ਨੂੰ ਕਹੋ ਜਾ ਕੇ ਲੜਾਈ ਲੜਨ ਤੇ ਸਾਡੀ ਜ਼ਮੀਨਾਂ ਵਾਪਸ ਲੈ ਕੇ ਆਉਣ, ਕਿਉਂਕਿ ਉਹ ਜ਼ਮੀਨਾਂ ਜਿਹੜੀਆਂ ਨਾ ਮਹਾਰਾਜਾ ਰਣਜੀਤ ਸਿੰਘ ਦੀ ਜਿੱਤੀਆਂ ਹੋਈਆਂ ਨੇ, ਇਹਨਾਂ ਦੀ ਗੱਦਾਰਾਂ ਦੀ ਨਹੀਂ ਨੇ। ਇਹਨਾਂ ਨੇ ਤੇ ਇਹ ਉਹਨਾਂ ਦਾ ਇਤਿਹਾਸ ਦੇਖ ਲਓ, ਸਾਨੂੰ ਅੰਦੋਲਨ ਜੀਵੀ ਦੱਸਦੇ ਨੇ। ਇਹ ਅਸੀਂ ਚਲੋ ਅੰਦੋਲਨ ਕਰਕੇ ਹੱਕ ਤੇ ਲੈਂਦੇ ਆ ਨਾ, ਤੁਹਾਡਾ ਕੀ ਜਿਹੜੇ ਅੰਦੋਲਨ ਦੇ ਨਾਮ ਤੇ ਗੋਡੇ ਟੇਕ ਕੇ ਸਾਵਰਕਰ ਵਰਗੇ ਮਾਫੀ ਮੰਗ ਕੇ ਘਰ ਬਹਿੰਦੇ ਨੇ, ਅਸੀਂ ਉਹ ਨਹੀਂ ਹੈਗੇ। ਜ਼ੁਲਮ ਆਉਣ ਤੇ ਅਸੀਂ ਇਹਨਾਂ ਦੀਆਂ ਮਾਵਾਂ ਭੈਣਾਂ ਨੂੰ ਵੀ ਬਚਾ ਕੇ ਲਿਆਂਦਾ, ਸਾਡਾ ਉਹ ਇਤਿਹਾਸ ਸੀਗਾ ਜਿਹਦੇ ਤੇ ਇਹ ਡਰਾਮੇ ਕਰਦੇ ਨੇ ਜੀ। ਸੋ ਜਦੋਂ ਸੰਘਰਸ਼ ਲੰਮੇ, ਤੁਸੀਂ ਕਿਹਾ ਸ਼ਾਂਤੀ ਦੇ ਵਿੱਚ ਫਿਰ ਸਬਰ ਦੀ ਵੀ ਲੋੜ ਪੈਂਦੀ ਹੈ, ਔਰ ਸਬਰ ਦੇ ਵਿੱਚ ਮਾਨਸਿਕ ਤਣਾਅ ਵੀ ਆਉਂਦਾ। ਅਸੀਂ ਕਿਸਾਨੀ ਅੰਦੋਲਨ 'ਚ ਵੀ ਦੇਖਿਆ, ਇੱਕ ਡੈਡਲੌਕ ਰਹਿੰਦਾ, ਸਰਕਾਰ ਗੱਲਬਾਤ ਹੀ ਨਹੀਂ ਕਰਦੀ ਤਾਂ ਕਿ ਲੋਕਾਂ ਦਾ ਤਣਾਅ ਵਧੇ, ਉਹਨਾਂ ਦਾ ਸਟ੍ਰੈਸ ਵਧੇ, ਤੇ ਜਾਂ ਤਾਂ ਪਿੱਛੇ ਮੁੜਨ ਨੂੰ ਸੋਚਣ, ਮਤਲਬ ਉਹਨਾਂ ਨੂੰ ਨਾ ਉਮੀਦੀ ਉਹਨਾਂ ਦੀ ਰਵੇ। ਸੋ ਤੁਸੀਂ ਸੋਸ਼ਲ ਐਕਟਿਵਿਸਟ ਤਾਂ ਹੈਗੇ ਹੀ ਹੋ, ਤੁਸੀਂ ਮਨੋਵਿਗਿਆਨ ਨੂੰ ਵੀ ਸਮਝਦੇ ਹੋ, ਤੇ ਕਿਵੇਂ ਕੋਸ਼ਿਸ਼ ਕਰੋਗੇ ਕਿ ਇਹਨਾਂ ਬਾਬਿਆਂ ਦੀ ਹੈਲਪ ਕੀਤੀ ਜਾਵੇ ਜੋ ਇੱਥੇ ਬੈਠੇ ਨੇ, ਔਰ ਇਹਨਾਂ ਦਾ ਜਜ਼ਬਾ ਕਾਇਮ ਰਹੇ? ਜਜ਼ਬਾ ਤਾਂ ਬਿਲਕੁਲ ਕਾਇਮ ਹੈ। ਮੈਂ ਤਾਂ ਸਾਈਕੋਲੋਜੀ, ਉਹ ਕਹਿ ਰਹੇ ਨਾ ਫਰਸਟ੍ਰੇਸ਼ਨ ਦੇ ਵਿੱਚ ਨਿਹੰਗਾਂ ਨੇ ਤਲਵਾਰਾਂ ਕੱਢੀਆਂ ਔਰ ਮਾਹੌਲ ਖਰਾਬ। ਨੋ ਇਟ ਇਜ਼ ਅ ਰੋਂਗ ਨੈਰੇਟਿਵ ਦੈਟ ਦੇ ਆਰ ਸਪਰੈਡਿੰਗ। ਉਹੀ ਕਹਿ ਰਹੇ ਨੇ ਨਾ, ਅਸੀਂ ਨਹੀਂ ਕਹਿ ਰਹੇ। ਦਿੱਲੀ ਦੀ ਕੁੜੀ ਨੂੰ ਡਰ ਨਹੀਂ ਲੱਗਦਾ ਇੱਥੇ ਨਿਹੰਗਾਂ 'ਚ ਤਲਵਾਰਾਂ ਕਿਰਪਾਨਾਂ? ਆ ਤੇ ਸਾਡੇ ਸੂਰਮੇ ਨੇ, ਸਾਡੀ ਸਿੱਖ ਆਰਮੀ ਆ। ਵੀ ਆਰ ਪ੍ਰਾਊਡ ਕਿ ਸਾਡੇ ਗੁਰੂਆਂ ਨੇ ਆਪਣੇ 5 ਵਾਰ ਕੇ ਸਾਨੂੰ 4 ਵਾਰ ਕੇ ਸਾਨੂੰ 5 ਦਿੱਤੇ, ਸਾਨੂੰ ਸਾਡੇ ਇਹ ਬਾਬਾ ਜੀ ਗੁਰੂ ਸਾਹਿਬ ਦੀ ਲਾਡਲੀ ਫੌਜਾਂ ਨੇ। ਕਦੀ ਲਾਡਲੀ ਫੌਜਾਂ ਤੋਂ ਵੀ ਕਿਸੇ ਨੂੰ ਡਰ ਲੱਗਦਾ? ਜੇ ਇਹਨਾਂ ਦੇ ਇਹ ਤੁਸੀਂ ਇੱਕ ਪ੍ਰਾਊਡਲੀ ਨਹੀਂ, ਇਹ ਬੜੀ ਛੇਤੀ ਮਾਰ ਧਾੜ ਤੇ ਉੱਤਰ ਆਉਣਗੇ, ਕਿਉਂਕਿ ਉਹ ਚੰਡੀਗੜ੍ਹ ਪੁਲਿਸ ਦਾ ਜਿਹੜਾ ਆਇਆ ਹੈਗਾ, ਉਹਨਾਂ ਦੇ ਡੀਜੀਪੀ ਦਾ ਬਿਆਨ ਵੀ ਆਇਆ ਹੈਗਾ ਕਿ ਫਰਸਟ੍ਰੇਸ਼ਨ ਦੇ ਵਿੱਚ ਉਹਨਾਂ ਤੋਂ ਘੋੜੇ ਸੀਗੇ, ਔਰ ਘੋੜਿਆਂ ਦੇ ਨਾਲ ਕੋਈ ਫਰਸਟ੍ਰੇਸ਼ਨ ਦੇ ਵਿੱਚ ਨਹੀਂ, ਉਹਨਾਂ ਦੇ ਕੁਝ ਪੈਠੀਏ ਸੀਗੇ। ਦਿਸ ਇਜ਼ ਅ ਰੋਂਗ ਨੈਰੇਟਿਵ ਵਿਚ ਇਜ਼ ਬੀਇੰਗ ਸਪਰੈਡ ਐਂਡ ਆਈ ਵਾਂਟ ਟੂ ਕਰੈਕਟ ਦਿਸ, ਕਿ ਇਹ ਸਭ ਬਕਵਾਸ ਹੈਗਾ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਇਹਨਾਂ ਦੇ ਝੂਠੇ ਨੈਰੇਟਿਵ ਵਿੱਚ ਬਿਲਕੁਲ ਨਹੀਂ ਜਾਣਾ। ਆ ਸਾਰੇ ਖੜੇ ਨੇ ਨਾ, ਆ ਵੀ ਤਾਂ ਸੂਰਮੇ ਨੇ ਸਾਰੇ, ਸਭ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ। ਵਰਨਾ ਉਹ ਫੌਜਾਂ ਜਿਹੜੀਆਂ ਹੈਗੀ ਨਾ, ਉਹਨਾਂ ਨੂੰ 2 ਮਿੰਟ ਨਹੀਂ ਲੱਗਦਾ ਕੋਈ ਕੰਮ ਕਰਦੇ। ਉਹ ਫਰਸਟ੍ਰੇਸ਼ਨ ਕਾਰਨ, ਇੱਕ ਗੱਲ ਦੱਸੋ, ਇਹ ਕਾਰਨ ਕੀ ਹੈ? ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਨਿਹੰਗ ਸਿੰਘ ਟਾਰਗੇਟ ਰਹਿੰਦੇ ਸੀ ਕਿ ਮਾਹੌਲ ਖਰਾਬ ਕਰਨਗੇ, ਇੱਥੇ ਵੀ ਇਵੇਂ ਹੀ ਹੋ ਰਿਹਾ ਹੈ ਕਿ ਮਾਹੌਲ ਖਰਾਬ, ਔਰ ਪ੍ਰੈਸ਼ਰ ਵੀ ਇਹਨਾਂ ਤੇ ਕਿ ਮੁੜੋ। ਅੱਜ ਵੀ ਦਲ ਪੰਥ ਨੂੰ ਕਿਹਾ ਗਿਆ ਕਿ ਵਾਪਸੀ ਕਰੋ ਇੱਥੋਂ। ਕੀ ਲੱਗਦਾ ਹੈ ਹਰ ਵਾਰੀ ਟਾਰਗੇਟ ਜਾਂ ਕਿਉਂ? ਇਟਸ ਨਾਟ ਅ ਟਾਰਗੇਟ, ਇਹ ਹੈ ਡਰ। ਇਹ ਟਾਰਗੇਟ ਨਹੀਂ ਹੈ, ਇਹ ਡਰ ਆ, ਔਰ ਇਹ ਡਰ ਜ਼ਰੂਰੀ ਆ। ਕਿਉਂਕਿ ਉਹ ਕੌਮ ਨਾ, ਉਹ ਜਿਹੜੇ ਸੂਰਮੇ ਨੇ, ਸਾਡੇ ਨਿਹੰਗ ਬਾਬੇ, ਨਿਹੰਗ ਫੌਜਾਂ, ਯੂਥ ਡਰਦੇ ਨਹੀਂ ਹੈਗੇ। ਇੱਕ 63 ਇਅਰਸ 올ਡ ਬੰਦਾ, ਬਾਬਾ ਗੁਰਦੀਪ ਮਿੰਟੂ ਸਿੰਘ ਜੀ ਦਿੱਲੀ ਤੋਂ, ਉਹਨਾਂ ਨੇ ਨਾ 26 ਤਰੀਕ ਨੂੰ ਇੱਕ ਗੱਲ ਕਹੀ ਕਿ ਬਾਬਾ ਜੀ ਹੁਣ ਮੇਰੀ ਇੰਨੀ ਉਮਰ ਹੋ ਗਈ ਹੈ, ਹੁਣ ਥੋੜੀ ਬਚੀ ਆ ਕੌਮ ਦੇ ਲੇਖੇ ਤੁਹਾਡੇ ਮਹਾਰਾਜ, ਤੁਹਾਡੀ ਜੇ ਇਹ ਮਨਜ਼ੂਰੀ ਹੈ ਨਾ ਕਿ ਮੇਰੇ ਸਵਾਸ ਇੱਥੇ ਜਾਣ ਤੇ ਲੱਗ ਜਾਣ ਨਾ, ਤਾਂ ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਜੀ ਲਿਆ ਬਹੁਤ ਜੀਣਾ। ਤੇ ਨਾਲ ਘੋੜੇ ਤੇ ਇੱਕ ਛੋਟੇ ਬਾਬਾ ਜੀ ਨਿਹੰਗ ਸਿੱਖ ਬੈਠੇ ਸੀਗੇ, ਉਹਨਾਂ ਨੇ ਕਿਹਾ ਉਹ ਬਾਬੇ ਤੇਰਾ ਨੰਬਰ ਕਿੱਥੇ, ਹੱਲੀ ਤਾਂ ਅਸੀਂ ਬੈਠੇ ਆ। ਇਹ ਚਿੰਨ ਕੇ ਜਿਹੜੀ ਚਿੰਗਾਰੀ ਨਾ, ਅੱਗ ਜਿਹੜੀ ਅੰਦਰ ਲੱਗੀ ਆ, ਇਹ ਜਿਹੜੇ ਸਾਡੇ ਬੰਦੀ ਸਿੰਘ ਆ ਨਾ, ਇਹਨਾਂ ਨੇ ਇਹ ਕੀਤਾ। ਇਹ ਚਿੰਗਾਰੀ ਲੱਗਣਾ ਬਹੁਤ ਜ਼ਰੂਰੀ ਸੀਗੀ। ਔਰ ਮੈਨੂੰ ਵੀ ਤੁਸੀਂ ਇੱਥੇ ਬੈਠੇ ਦੇਖ ਰਹੇ ਹੋ ਨਾ, ਇਹ ਉਹ ਫਾਇਰ ਹੈ ਜਿਹੜੀ ਤੁਹਾਨੂੰ ਆਰਾਮ ਨਾਲ ਬਹਿਣ ਨਹੀਂ ਦਿੰਦੀ, ਇਹ ਉਹ ਚੀਜ਼ ਆ। ਔਰ ਇਹ ਜਿਹੜੀ ਚੀਜ਼ ਆ ਨਾ, ਨੈਰੇਟਿਵ ਫਲਾਇਆ ਜਾ ਰਿਹਾ ਹੈ ਕਿ ਬੜੇ ਸ਼ਾਰਟ ਟੈਂਪਰਡ ਹੁੰਦੇ ਨੇ, ਮਿੰਟ ਵਿੱਚ ਤਲਵਾਰਾਂ ਕੱਢ ਲੈਣ। ਨੋ ਇਟ ਇਜ਼ ਨਾਟ ਦੈਟ, ਇਟ ਇਜ਼ ਅ ਡਰ। ਇਟ ਇਜ਼ ਅ ਡਰ ਕਿ ਨਿਹੰਗ ਜਥੇਬੰਦੀਆਂ ਉੱਥੇ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਇਹ ਕਿਸਾਨੀ ਮੋਰਚੇ ਤੋਂ ਭੱਜ ਜਾਣ। ਸਰਕਾਰਾਂ ਕੋਲ ਕੀ ਨਹੀਂ ਹੈਗਾ, ਸਾਰੀਆਂ ਤੇ ਰਿਸੋਰਸਿਸ ਚੀਜ਼ਾਂ ਉਹਨਾਂ ਕੋਲ ਹੈਗੀਆਂ, ਗੋਲੇ ਬਾਰੂਦ, ਬੰਦੂਕਾਂ, ਸਭ ਚੀਜ਼ਾਂ ਹੈਗੀਆਂ ਨੇ, ਹੈਨਾ। ਉਹਨਾਂ ਨੂੰ ਪਤਾ ਕਿ ਨਿਹੰਗ ਫੌਜਾਂ ਤੇ ਮਹਾਰਾਜ ਦਾ ਆਪਣਾ ਪਹਿਰਾ, ਇਹਨਾਂ ਨੂੰ ਭਜਾਓ ਇੱਥੋਂ, ਇਹਨਾਂ ਨੂੰ ਚੱਕੋ, ਇਹਨਾਂ ਦਾ ਮੋਰਚਾ, ਤਾਂ ਕਿ ਅਸੀਂ ਘੁਸਪੈਠ ਕਰੀਏ, ਬਾਕੀ ਸਿਟੀਜ਼ਨ ਨੂੰ ਡਰਾ ਕੇ ਪਰਚੇ ਪਵਾ ਕੇ ਇਹਨਾਂ ਨੂੰ ਠਾ ਦਈਏ। ਦਿਸ ਇਜ਼ ਅ ਸਟ੍ਰੈਟਜੀ। ਔਰ ਇਹ ਸਟ੍ਰੈਟਜੀ ਬਾਰ-ਬਾਰ ਨਹੀਂ ਚੱਲਦੀ ਜੀ, ਫੜੀ ਗਈ ਹੈ ਸਟ੍ਰੈਟਜੀ। ਜਿੱਦਾਂ ਮੋਦੀ ਜੀ ਦਾ ਝੂਠ ਬਾਰ-ਬਾਰ ਨਾ, ਮੇਰਾ ਝੂਠ ਸਭ ਸੇ ਮਜ਼ਬੂਤ, ਹੁਣ ਸੁਣ ਸਕਦੇ ਹੋ ਤੁਸੀਂ। ਤੁਹਾਨੂੰ ਕਹੇਗਾ 1 ਕਰੋੜ ਰੋਜ਼ਗਾਰ ਦੂੰਗਾ,
24 ਚ ਵੋਟ ਦੋਗੇ ਨਹੀਂ। ਇਹ ਉਹ ਸਟ੍ਰੈਟਜੀ ਹੁਣ ਫੜੀ ਗਈ ਹੈ। ਇਸ ਕਰਕੇ ਨਿਹੰਗ ਜਥੇਬੰਦੀਆਂ ਸਾਡੇ ਸਿਰ ਦਾ ਤਾਜ ਨੇ, ਇੱਥੇ ਬੈਠੇ ਰਹਿਣਗੇ। ਔਰ ਉਹਨਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਨਿਹੰਗ ਸਿੱਖ ਸ਼ਾਂਤ ਕਿੱਦਾਂ ਬੈਠੇ ਨੇ, ਚੁੱਪ ਕਿੱਦਾਂ ਬੈਠੇ ਨੇ, ਚਲੋ ਬਦਨਾਮ ਕਰੀਏ, ਚਲੋ ਬਾਬਾ ਜੀ ਦੇ ਰਾਜਾ ਰਾਜ ਸਿੰਘ ਜੀ ਦੇ ਘਰ ਜਾ ਕੇ ਭਰਾ ਨੂੰ ਫੜੀਏ, ਡਰਾ ਦਈਏ, ਬਾਬਾ ਜੀ ਭੱਜਦੇ ਆਉਣਗੇ। ਬਾਬਾ ਜੀ ਨੇ ਨਿਊਜ਼ ਤੋਂ ਮੰਚ ਤੋਂ ਕਿਹਾ ਭਾਵੇਂ ਮਾਰ ਦੋ ਮੇਰੇ ਘਰ ਵਾਲਿਆਂ ਨੂੰ, ਮੈਂ ਨਹੀਂ ਡਰਦਾ, ਮੈਂ ਕਿਤੇ ਫੋਰਨ ਨਹੀਂ ਚਲਾ ਗਿਆ, ਡਰ ਕੇ ਨਹੀਂ ਬੈਠੇ, ਇੱਥੇ ਬੈਠਿਆ ਤੁਹਾਡੇ ਸਾਹਮਣੇ, ਆਣਾ ਤੇ ਇੱਥੇ ਆ ਕੇ ਗੱਲ ਕਰੋ। ਔਰ ਦੂਜੀ ਗੱਲ ਤੁਸੀਂ ਕਹੀ ਕਿ ਸਰਕਾਰ ਕਦੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੀ। ਦੇਖੋ ਜੀ, ਗੱਲ ਕਰਨ ਦੀ ਨਾ ਹਿੰਮਤ ਚਾਹੀਦੀ ਆ। ਔਰ ਇੱਥੇ ਕੋਈ ਟੇਬਲ ਟਾਕ ਨਹੀਂ ਹੋਊਗੀ, ਇਨਸਾਈਡ ਦਾ ਰੂਮ ਟਾਕ ਨਹੀਂ ਹੋਏਗੀ। ਇੱਥੇ ਜਿਹੜਾ ਪੈਰਾ ਵੀ ਹੈ ਨਾ, ਅਗਵਾਈ ਯੂਥ ਵੀ ਕਰ ਰਿਹਾ ਹੈ, ਯੂਥ ਐਕਟਿਵਿਸਟ, ਯੂਥ ਲੀਡਰਸ ਵੀ ਹੈਗੇ ਆ। ਜਿੱਦਾਂ ਕਿਸਾਨੀ ਸੰਘਰਸ਼ 'ਚ ਤੁਸੀਂ ਕਰਕੇ ਦੇਖ ਲਿਆ, ਅੰਦਰ ਜਾ ਕੇ ਉਹ ਗੱਲ ਕਰੇਗਾ ਬੰਦ ਕਮਰੇ ਵਿੱਚ ਜਿਹੜਾ ਕੰਪਰੋਮਾਈਜ਼ ਕਰਨਾ ਚਾਹੇਗਾ। ਸਾਡੀ ਤਾਂ ਅੰਦਰ ਦੀ ਮੰਗ ਹੀ ਨਹੀਂ। ਆਓ, ਮੰਚ ਸਾਹਮਣੇ ਹੈ, ਮਾਈਕ ਸਾਹਮਣੇ ਹੈ, ਖੜੇ ਹੋ ਜਾਓ, ਬੋਲੋ। ਇੱਕ ਮੰਗ ਸਭ ਤੋਂ ਪਹਿਲੀ, ਸਾਡੇ ਬੰਦੀ ਸਿੰਘ ਰਿਹਾ ਕਰੋ। ਬਾਕੀ ਸਾਰੀ ਮੰਗਾਂ ਸਾਡੇ ਬੰਦੀ ਸਿੰਘ ਪੂਰੇ ਕਰਾ ਦੇਣਗੇ। ਜਿਸ ਦਿਨ ਜਗਤਾਰ ਸਿੰਘ ਜਥੇਦਾਰ ਹਵਾਰਾ ਬਾਹਰ ਆ ਗਏ, ਅਬ ਪੰਜਾਬ ਦੀ ਤੁਸੀਂ ਰੂਪ ਰੇਖਾ ਦੇਖ ਲਿਓ, ਫਿਰ ਤਸਵੀਰ ਬਦਲ ਜੂਗੀ। ਉਹਨਾਂ ਨੂੰ ਪਤਾ ਇਹ ਚੀਜ਼। ਇਸ ਕਰਕੇ ਅਸੀਂ ਟੇਬਲ ਟਾਕ ਨਹੀਂ ਚਾਹੁੰਦੇ। ਸਿੰਪਲ ਚੀਜ਼ ਆ, ਸਾਰੇ ਚੀਜ਼ਾਂ ਸੁਣ ਲਓ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸਾਡੀ ਮੰਗਾਂ ਮੰਨਣਾ ਚਾਹੁੰਦੇ ਹੋ, ਭਗਵੰਤ ਮਾਨ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਸਿੱਖਾਂ ਦੇ ਹਮਾਇਤੀ ਹੋ, ਤੇ ਫਿਰ ਵਾਈ ਡੋਂਟ ਯੂ ਕਮ ਫਾਰਵਰਡ, ਇੱਕ ਰੈਜ਼ੋਲੂਸ਼ਨ ਪਾਸ ਕਰਨਾ ਅਸੈਂਬਲੀ 'ਚ, ਪੰਜਾਬ ਅਸੈਂਬਲੀ 'ਚ, ਬੰਦੀ ਸਿੰਘ ਰਿਹਾ ਕਰੋ, ਟਿਕ, ਸਾਈਨ 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 ਸਾਈਨ, ਆਲ ਦੇ ਐਮਪੀਸ ਐਮਐਲਏਸ ਸਾਈਨ ਕਰੋ, ਪਟੀਸ਼ਨ ਜਮ੍ਹਾਂ ਕਰਵਾਓ ਸੈਂਟਰ ਨੂੰ। ਇਮੀਡੀਏਟਲੀ ਜਦੋਂ ਪਟੀਸ਼ਨ ਸੈਂਟਰ ਸਰਕਾਰ ਝੁਕ ਜੂਗੀ, ਗੋਡੇ ਡਰ ਜੂਗੀ, ਗੋਡਿਆਂ ਤੇ ਆ ਜੂਗੀ। ਕਿਉਂਕਿ ਇਹਨਾਂ ਨੂੰ ਪਤਾ ਹੈ ਇਹ ਕਿਉਂ ਨਹੀਂ ਕਰਦੇ, ਤੁਹਾਨੂੰ ਦੱਸਾਂ। ਇਹ ਕਹਿੰਦੇ ਨੇ ਜੀ ਬੰਦੀ ਸਿੰਘਾਂ ਤੋਂ ਨਾ ਖਤਰਾ, ਡਰ ਆ। ਬੰਦੀ ਸਿੰਘਾਂ ਨੂੰ ਖਤਰਾ ਨਾ 1.5 ਲੱਖ ਲੋਕਾਂ ਨੇ ਐਗਜ਼ਾਮਪਲ ਦਿੱਤੀ ਤੁਹਾਨੂੰ 26 ਤਰੀਕ ਨੂੰ। ਜੇ ਡਰ ਹੁੰਦਾ ਨਾ ਤੇ 1.5 ਲੱਖ ਲੋਕੀ ਸੜਕਾਂ ਤੇ ਨਹੀਂ ਹੁੰਦੇ। ਖਤਰਾ ਉਹਨਾਂ ਨੂੰ ਨਹੀਂ ਹੈਗਾ, ਖਤਰਾ ਉਨ ਚੋਰਾਂ ਨੂੰ ਹੈਗਾ ਜਿਹੜੇ ਉੱਥੇ ਜਾ ਕੇ ਚੁਗਲੀਆਂ ਲਗਾਉਂਦੇ ਨੇ ਜੀ। ਖਤਰਾ ਇਹਨਾਂ ਨੂੰ ਨਹੀਂ, ਛੱਡੋ। ਖਤਰਾ ਉਹਨਾਂ ਨੂੰ ਕਿਉਂ ਹੈ? ਕੁਰਸੀ ਦਾ, ਕਿ ਜੇ ਜਥੇਦਾਰ ਜਗਤਾਰ ਸਿੰਘ ਵਾਰਾ ਬਾਹਰ ਆ ਗਏ ਤੇ ਕੁਰਸੀਆਂ ਨਹੀਂ ਰਹਿਣੀਆਂ ਸਾਡੀਆਂ। ਪੰਜਾਬ ਦਾ ਜੋ ਇੰਨਾ ਹਾਲ ਹੋਇਆ, ਪੰਜਾਬ 'ਚ ਨਸ਼ੇ, ਪੰਜਾਬ 'ਚ ਬੇਈਮਾਨੀ, ਪੰਜਾਬ 'ਚ ਜੋ ਗੰਦੀ ਓਛੀ ਰਾਜਨੀਤੀਆਂ ਹੋ ਰਹੀਆਂ ਨੇ, ਪਾਣੀ ਦਾ ਮਸਲਾ, ਇੰਨੀ ਸਾਰੀ ਚੀਜ਼ਾਂ ਪੰਜਾਬ ਨੂੰ ਖਤਮ, ਉਹ ਨਹੀਂ ਹੋਣਾ। ਬਿਲਕੁਲ ਬਿਲਕੁਲ। ਸੋ ਤੁਸੀਂ, ਤੁਹਾਡਾ ਪਿਛੋਕੜ ਬੇਸ਼ੱਕ ਤੁਸੀਂ ਦੱਸਿਆ ਤਰਨ ਤਾਰਨ ਤੋਂ ਹੈ, ਪਰ ਦਿੱਲੀ ਤੋਂ ਇੱਥੇ ਆ ਗਏ। ਪਰ ਜਿਵੇਂ ਇਸ ਤੋਂ ਬਾਅਦ ਵੀ ਜਿਸ ਤਰ੍ਹਾਂ ਦੇ ਨਾਲ ਉਸ ਦਿਨ ਝੜਪਾਂ ਹੋਈਆਂ ਜਾਂ ਮਾਹੌਲ, ਬਹੁਤ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਵੀ ਰੋਕ ਰਹੀਆਂ ਨੇ, ਬਹੁਤ ਸਾਰੀਆਂ ਬੀਬੀਆਂ ਆਪ ਹਲੇ ਤੱਕ ਨਹੀਂ ਆ ਰਹੀਆਂ ਹੈਗੀਆਂ। ਬਹੁਤ ਸਾਰੇ ਲੋਕਾਂ ਦੇ ਮਨ ਅੰਦਰ ਇੱਕ ਡਰ ਤਾਂ ਪਿਆ ਕਿ ਉੱਥੇ ਹਿੰਸਾ ਹੋਏਗੀ ਜਾਂ ਪਤਾ ਨਹੀਂ ਕੀ ਬਣਨਾ ਹੈ। ਕੀ ਕਹਿਣਾ ਚਾਹੁੰਦੇ? ਐਸਾ ਕੁਝ ਵੀ ਨਹੀਂ ਹੈਗਾ। ਦੇਖੋ, ਕਿਸਾਨੀ ਸੰਘਰਸ਼ ਮੋਰਚੇ ਵੇਲੇ ਵੀ ਇਹੀ ਸੀਗਾ। ਔਰ ਤੁਸੀਂ ਮੇਰੀ ਕੋਈ ਵੀ ਵੀਡੀਓ ਚੁੱਕ ਕੇ ਦੇਖ ਲਓ, ਮੈਂ ਬਾਰ-ਬਾਰ ਅਸ਼ੋਰ ਕੀਤਾ ਸੀਗਾ, ਰੈਪੀਟੇਟਲੀ ਰਿਮਾਈਂਡਰ ਦਿੱਤਾ ਸੀਗਾ, ਦੇयर इज ਨਥਿੰਗ ਲਾਈਕ ਦੈਟ। ਮੈਂ ਬੈਠੀ ਹਾਂ, ਤੁਸੀਂ ਬੈਠੇ ਹੋ, ਤੁਸੀਂ ਆਪ ਦੱਸੋ ਪੱਤਰਕਾਰੋ, ਕੋਈ ਖਤਰਾ ਮਹਿਸੂਸ ਹੋ ਰਿਹਾ? ਤੁਸੀਂ ਹਰ ਇੱਕ ਜਥੇਬੰਦੀਆਂ ਦੇ ਆਗੂਆਂ ਦਾ, ਨਿਹੰਗ ਸਿੱਖਾਂ ਦਾ ਇੰਟਰਵਿਊ ਲੈਂਦੇ ਹੋ, ਕਿਆ ਉਹਨਾਂ ਨੇ ਕਦੀ ਕੁਝ ਕਿਹਾ? ਉਲਟਾ ਇਹ ਤਾਂ ਸਾਡੇ ਪ੍ਰਾਊਡ ਨੇ, ਯੂ نو। ਇੰਨਾ ਸੇਫ ਮਾਹੌਲ ਹੈ, ਇੰਨਾ ਪਿਆਰ ਦਾ ਮਾਹੌਲ ਹੈ ਇੱਥੇ। ਬਿਲਕੁਲ ਨਾ ਡਰੋ। ਪਰਚੇ ਜਿਨ੍ਹਾਂ ਤੇ ਵੀ ਹੋਏ ਨੇ, ਮੈਂ ਪੂਰੀ ਸ਼ੋਰਟੀ ਨਾਲ ਕਹਿ ਰਹੀ ਹਾਂ, ਸਾਡੀ ਪੂਰੀ ਜਿਹੜੀ ਵਕੀਲਾਂ ਦੀ ਟੀਮ ਹੈਗੀ ਆ, ਮੈਂ ਕਹਿੰਦੀ ਹਾਂ ਸਾਰੇ ਕਾਊਂਟਰ ਕੇਸਿਸ ਪਾਏ ਜਾਣਗੇ ਉਹਨਾਂ ਤੇ। ਉਹਨਾਂ ਦੀ ਵੀਡੀਓ ਲੈ ਕੇ ਸਰਕਾਰਾਂ ਦੇ ਕਾਊਂਟਰ ਕੇਸਿਸ ਪਾਏ ਜਾਣਗੇ। ਔਰ ਜਿਨ੍ਹਾਂ ਬੱਚਿਆਂ ਦੇ ਪਰਚੇ ਹੋਏ, ਸਾਰਿਆਂ ਦੇ ਪਰਚੇ ਮਾਫ ਕਰਾਵਾਂਗੇ। ਇਹ ਆਈ ਐਮ ਆਲਸੋ ਅ ਪਾਰਟ ਆਫ ਦ ਕਮੇਟੀ। ਇਹ ਅਸ਼ੋਰ ਕਰਾਂਗੇ ਕਿ ਉਹ ਜਿੰਨੇ ਵੀ ਪਰਚੇ ਝੂਠੇ ਪਾਏ ਨੇ ਵਾਪਸ ਕਰਾਂਗੇ। ਤੁਹਾਡੇ ਕਿਸੇ ਵੀ ਬੱਚੇ ਨੂੰ, ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ, ਕਿਸੇ ਨਾਲ ਕੋਈ ਧੱਕਾ ਨਹੀਂ ਹੋਏਗਾ। ਔਰ ਜਿਹੜਾ ਕੋਈ ਡਰ ਗਿਆ ਨਾ, ਉਹ ਵੈਸੇ ਵੀ ਮਰ ਗਿਆ। ਤੇ ਡਰ ਇਜ਼ ਨਾਟ ਦੀ ਆਲਟਰਨੇਟਿਵ ਐਂਡ ਨਾਟ ਇਵਨ ਦੀ ਸੋਲਿਊਸ਼ਨ। fight is always the solution. So ਮੈਨੂੰ ਲੱਗਦਾ, come out up from your cozy cocoons, ਇੱਥੇ ਆਓ, ਸਾਡਾ ਵੀ ਹੌਸਲਾ ਵਧਾਓ ਔਰ ਬੰਦੀ ਸਿੰਘਾਂ ਨੂੰ ਰਿਹਾ ਕਰੋ। ਅਗਰ ਤੁਸੀਂ ਸੁਨਹਿਰਾ, ਸੁਨੱਖਾ, ਪਿਆਰਾ ਪੰਜਾਬ ਦੇਖਣਾ ਚਾਹੁੰਦੇ ਹੋ, ਆਪਣੇ ਹੱਕਾਂ ਨੂੰ, ਯੂ نو, ਆਪਣੇ ਬੱਚਿਆਂ ਨਾਲ ਅੱਗੇ ਧੱਕਾ ਨਹੀਂ ਹੋਣ ਦੇਣਾ ਚਾਹੁੰਦੇ ਹੋ, ਇਹ ਚੀਜ਼। ਔਰ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ, ਜਿੰਨੇ ਵੀ ਇੱਥੇ ਖੜੇ ਨੇ ਨਾ, ਤੁਸੀਂ ਵੀ, ਮੈਂ ਵੀ, ਐਟਲੀਸਟ ਸਾਡਾ ਨਾਮ ਨਾ ਇਤਿਹਾਸ 'ਚ ਉਸ ਅੱਗ ਲਾਉਣ ਵਾਲਿਆਂ 'ਚ ਨਹੀਂ ਆਊਗਾ, ਅੱਗ ਬੁਝਾਉਣ ਵਾਲਿਆਂ 'ਚ ਸ਼ਾਮਿਲ ਹੋਊਗਾ। ਸੋ ਦੈਟ ਇਜ਼ ਇਟ। ਇਸ ਚੀਜ਼ ਲਈ ਡਰਨ ਦੀ ਕੋਈ ਲੋੜ ਨਹੀਂ ਹੈਗੀ। ਲੈਟਸ ਜੁਆਇਨ ਹੈਂਡਸ ਟੁਗੇਦਰ ਐਂਡ ਵਿਨ ਦਿਸ ਮੋਰਚਾ। ਬਹੁਤ ਬਹੁਤ ਧੰਨਵਾਦ। ਡਾਕਟਰ ਰਿਤੂ ਸਿੰਘ ਸਾਡੇ ਨਾਲ ਮੌਜੂਦ ਨੇ, ਸੋਸ਼ਲ ਐਕਟਿਵਿਸਟ ਨੇ, ਲਗਾਤਾਰ ਅੰਦੋਲਨਾਂ ਦੇ ਵਿੱਚ, ਮੋਰਚਿਆਂ ਦੇ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਨੇ। ਔਰ ਕਿਹਾ ਇੱਕ ਪਟੀਸ਼ਨ ਦਾ ਕੰਮ ਹੈ, ਸਾਈਨ ਹੀ ਤਾਂ ਕਰਨੇ ਨੇ। ਕਿਉਂ ਨਹੀਂ ਹੋ ਰਹੇ? ਕਿਉਂਕਿ ਸਟੇਟ ਤੇ ਸੈਂਟਰ ਇੱਕ ਦੂਜੇ ਦੇ ਪਾਲੇ ਦੇ ਵਿੱਚ ਗੇਂਦ ਸੁੱਟ ਰਹੀ ਹੈ ਤੇ ਕੋਈ ਵੀ ਜਿਹੜੇ ਹੈਗਾ ਸਿੱਟਾ ਨਹੀਂ ਨਿਕਲਿਆ। ਸੋ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕੌਮੀ ਇਨਸਾਫ ਮੋਰਚੇ ਤੋਂ ਹਰ ਅਪਡੇਟ ਤੁਹਾਡੇ ਤੱਕ ਲੈ ਕੇ ਆਈਏ। ਇਹ ਉਹ ਔਰਤਾਂ ਨੇ ਜਿਨ੍ਹਾਂ ਨੂੰ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਕਹਿ ਸਕਦੇ ਹਾਂ, ਕਿਉਂਕਿ ਇਹ ਡਟੀਆਂ ਹੋਈਆਂ ਨੇ, ਇਹ ਮੈਦਾਨ ਛੱਡ ਕੇ ਭੱਜਣ ਨੂੰ ਤਿਆਰ ਨਹੀਂ ਆ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰ ਰਹੀਆਂ ਨੇ। ਸੋ ਲਗਾਤਾਰ ਜੁੜੇ
ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਸਨੀ ਦੇ ਨਾਲ ਦਿਓ ਆਗਿਆ। ਧੰਨਵਾਦ।